ਪਿਆਰੇ ਵਿਦਿਆਰਥੀਓ, ਸਤਿ ਸ੍ਰੀ ਅਕਾਲ। ਤੁਹਾਡਾ ਸਭ ਦਾ ਅੱਜ ਦੀ ਕਲਾਸ ਵਿੱਚ ਸਵਾਗਤ ਹੈ। ਤਾਂ ਬੱਚੇ ਕਾਫੀ ਡਿਮਾਂਡ ਕਰ ਰਹੇ ਸਨ ਕਿ ਸਰ ਸਾਨੂੰ SST ਯਾਨੀ ਕਿ ਸੋਸ਼ਲ ਸਾਇੰਸ ਸਮਾਜਿਕ ਵਿਗਿਆਨ ਦੇ ਪ੍ਰਸ਼ਨ ਕਰਵਾਏ ਜਾਣ ਜੋ NTS ਵਿੱਚ ਆਉਣੇ ਹਨ। ਤਾਂ ਬੱਚੇ ਹੁਣ ਆਪਾਂ ਇਹਦੀ ਇੱਕ ਸੀਰੀਜ਼ ਸ਼ੁਰੂ ਕਰ ਦਿੱਤੀ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਜਿਓਗ੍ਰਾਫੀ ਭੂਗੋਲ ਨਾਲ ਸੰਬੰਧਿਤ ਪ੍ਰਸ਼ਨ ਹੱਲ ਕਰਾਂਗੇ, ਜਿਸ ਦਾ ਇਹ ਪਹਿਲਾ ਭਾਗ ਹੈ। ਤਾਂ ਬੱਚਿਓ, ਇਹ ਜਿਹੜੇ ਪ੍ਰਸ਼ਨ ਤੁਹਾਨੂੰ ਪੈਸ ਨਾਲ ਜਾਂ ਤੁਹਾਡੇ ਜੋ ਬੋਰਡ ਦੀ ਪ੍ਰੀਖਿਆ ਹੋਣੀ ਹੈ ਉਹਨਾਂ ਵਿੱਚ ਵੀ ਕਾਫੀ ਸਹਾਇਕ ਹੋਣਗੇ। ਜੇਕਰ ਕੋਈ ਬੱਚਾ ਕਿਸੇ ਹੋਰ ਕੰਪੀਟੀਸ਼ਨ ਦੀ ਤਿਆਰੀ ਕਰ ਰਿਹਾ ਹੈ ਜਿਸ ਤੇ ਸਟੈਟਿਕ GK ਦੀ ਜ਼ਰੂਰਤ ਪੈਂਦੀ ਹੈ, ਤਾਂ ਉਹਨਾਂ ਵਿਦਿਆਰਥੀਆਂ ਲਈ ਵੀ ਜਿਹੜੇ ਇਹ ਪ੍ਰਸ਼ਨ ਆ ਕਾਫੀ ਸਹਾਇਕ ਸਿੱਧ ਹੋਣਗੇ। ਤਾਂ ਆਓ ਆਪਾਂ ਬਿਨਾਂ ਕਿਸੇ ਦੇਰੀ ਦੇ ਪ੍ਰਸ਼ਨ ਸ਼ੁਰੂ ਕਰਦੇ ਹਾਂ। ਤਾਂ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ, which line divide India into equal parts? ਕਿਹੜੀ ਰੇਖਾ ਹੈ ਜਿਹੜੀ ਭਾਰਤ ਨੂੰ ਦੋ ਬਰਾਬਰ ਹਿੱਸਿਆਂ ਦੇ ਵਿੱਚ ਵੰਡਦੀ ਹੈ? ਤਾਂ ਬੱਚਿਓ, ਤੁਹਾਨੂੰ ਪਤਾ ਹੈ ਇਹ ਕਿਹੜੀ ਰੇਖਾ ਹੈ। ਇਹ ਹੈ ਟ੍ਰੋਪਿਕ ਆਫ ਕੈਂਸਰ ਯਾਨੀ ਕਿ ਕਰਕ ਰੇਖਾ। ਠੀਕ ਹੈ ਬੱਚਿਓ, ਤਾਂ ਤੁਹਾਨੂੰ ਪਤਾ ਹੈ ਕਿ ਇਹ ਕਿਹੜੀ ਰੇਖਾ ਹੈ, ਇਹ ਕਰਕ ਰੇਖਾ। ਤਾਂ ਕਰਕ ਰੇਖਾ ਭਾਰਤ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ। ਤਾਂ ਆਪਾਂ ਬੱਚਿਓ ਇਸਦਾ ਡਾਇਗਰਾਮ ਦੇਖਦੇ ਹਾਂ। ਬੱਚਿਓ, ਇਹ ਸਾਡੇ ਕੋਲ ਨਕਸ਼ਾ ਹੈ, ਮੈਪ ਹੈ ਇੰਡੀਆ ਦਾ। ਠੀਕ ਹੈ, ਇਹ ਜੋ ਰੇਖਾ ਹੈ ਇਸ ਨੂੰ ਅਸੀਂ ਬੋਲਦੇ ਹਾਂ ਕਰਕ ਰੇਖਾ, ਟ੍ਰੋਪਿਕ ਆਫ ਕੈਂਸਰ। ਬੱਚਿਓ ਦੇਖੋ, ਤਾਂ ਇੰਡੀਆ ਨੂੰ ਲਗਭਗ ਜਿਹੜੇ ਬਰਾਬਰ ਦੋ ਹਿੱਸਿਆਂ ਵਿੱਚ ਇਹ ਵੰਡ ਦਿੰਦੀ ਹੈ। ਜਿਹੜੀ ਟ੍ਰੋਪਿਕ ਆਫ ਕੈਂਸਰ ਆ ਬੱਚਿਓ, ਇਹ 23 ਯਾਨੀ ਕਿ 23.5 ਡਿਗਰੀ ਨਾਰਥ ਵਿੱਚ ਦੀ ਕ੍ਰਾਸ ਕਰਦੀ ਹੈ। ਬੱਚਿਓ, ਇਸ ਦੀ ਡਿਗਰੀ ਵੀ ਯਾਦ ਰੱਖਣੀ ਹੈ ਵੀ ਟ੍ਰੋਪਿਕ ਆਫ ਕੈਂਸਰ ਕਰਕ ਰੇਖਾ ਕਿੰਨੇ ਡਿਗਰੀ ਲੈਟੀਟਿਊਡ ਤੇ ਵਿੱਚ ਦੀ ਕ੍ਰਾਸ ਕਰਦੀ ਹੈ। ਤਾਂ ਬੱਚਿਓ, ਆਪਾਂ ਲੈਟੀਟਿਊਡ ਨੂੰ ਕੀ ਬੋਲ ਦਿਆਂਗੇ, ਪੰਜਾਬੀ ਵਿੱਚ ਆਪਾਂ ਇਸ ਨੂੰ ਬੋਲਦੇ ਹਾਂ ਅਕਸ਼ਾਂਸ਼, ਅਕਸ਼ਾਂਸ਼ਾਂ। ਠੀਕ ਹੈ ਬੱਚਿਓ, ਲੈਟੀਟਿਊਡ। ਠੀਕ ਹੈ ਬੱਚਿਓ, ਯਾਦ ਰੱਖਣਾ ਹੈ ਲੈਟੀਟਿਊਡ ਯਾਨੀ ਕਿ ਅਕਸ਼ਾਂਸ਼ਾਂ। ਜੋ ਸਾਡੀਆਂ ਇਹ ਥਾਵਾਂ ਹੁੰਦੀਆਂ ਹਨ ਇਹਨਾਂ ਨੂੰ ਅਸੀਂ ਲੈਟੀਟਿਊਡ ਬੋਲਦੇ ਹਾਂ, ਲੇਟ ਵਗੈਰਾ ਥਾਵਾਂ। ਠੀਕ ਹੈ ਬੱਚਿਓ, ਤਾਂ ਹੁਣ ਆਪਾਂ ਬੱਚਿਓ ਤੁਹਾਨੂੰ ਪਹਿਲੇ ਪ੍ਰਸ਼ਨ ਦਾ ਉੱਤਰ ਸਮਝ ਆ ਗਿਆ ਹੋਣਾ ਹੈ, ਜਿਸ ਦਾ ਕੀ ਉੱਤਰ ਹੈ, ਟ੍ਰੋਪਿਕ ਆਫ ਕੈਂਸਰ ਕਰਕ ਰੇਖਾ। ਤਾਂ ਬੱਚੇ ਹੁਣ ਆਪਾਂ ਦੂਸਰਾ ਪ੍ਰਸ਼ਨ ਲਿਖਦੇ ਹਾਂ, ਫਾਈਂਡ ਆਊਟ ਦਾ southern point which got submerged in tsunami 204। ਤਾਂ ਬੱਚਿਓ, ਜਦੋਂ 204 ਦੇ ਵਿੱਚ ਸਾਡੇ ਕੋਲ ਸੁਨਾਮੀ ਆਈ ਸੀ ਤਾਂ ਉਦੋਂ ਕਿਹੜੀ ਜਗ੍ਹਾ ਜਿਹੜੀ ਸਬਮਰਜ ਹੋ ਗਈ ਸੀ ਸੀਆ ਵਾਟਰ ਦੇ ਵਿੱਚ। ਤਾਂ ਬੱਚਿਓ, ਉਸ ਦਾ ਨਾਮ ਹੈ ਇੰਦਰਾ ਪੁਆਇੰਟ। ਤਾਂ ਇੰਦਰਾ ਪੁਆਇੰਟ 204 ਵੇਲੇ ਜਿਹੜੀ ਸੁਨਾਮੀ ਕਰਕੇ ਸੀਆ ਵਾਟਰ ਦੇ ਵਿੱਚ ਮਰਜ ਹੋ ਗਈ ਸੀ। ਕਿਹਦੇ ਵਿੱਚ ਮਰਜ ਹੋ ਗਈ ਸੀ ਬੱਚਿਓ, ਸੀਆ ਵਾਟਰ ਦੇ ਵਿੱਚ। ਬੱਚਿਓ, ਤੁਹਾਨੂੰ ਪਤਾ ਵੀ ਇੰਦਰਾ ਪੁਆਇੰਟ ਕਿੱਥੇ ਲਾਈ ਕਰਦਾ ਗਾ, ਇਹ ਸਾਡਾ ਜੋ ਇੱਧਰ ਅੰਡੇਮਾਨ ਨਿਕੋਬਾਰ ਆਈਲੈਂਡ ਦਾ ਸਮੂਹ ਹੈ, ਟਾਪੂਆਂ ਦਾ ਸਮੂਹ ਹੈ, ਉੱਥੇ ਜਿਹੜਾ ਇਹ ਪੁਆਇੰਟ ਹੈ ਇਹ ਲਾਈ ਕਰਦਾ ਹੈ। ਤੇ ਇਹ ਸਾਡਾ ਜਿਹੜਾ ਇੰਦਰਾ ਪੁਆਇੰਟ ਆ, ਇਹ ਸਦਰਨ ਮੋਸਟ ਪੁਆਇੰਟ ਵੀ ਹੈ। ਇਸ ਨੂੰ ਅਸੀਂ ਸਦਰਨ ਮੋਸਟ ਪੁਆਇੰਟ ਆਫ ਇੰਡੀਆ ਵੀ ਕਹਿੰਦੇ ਹਾਂ। ਠੀਕ ਹੈ ਬੱਚਿਓ, ਤਾਂ ਅਸੀਂ ਇਸ ਨੂੰ ਕੀ ਬੋਲਦੇ ਹਾਂ, ਸਦਰਨ ਮੋਸਟ ਪੁਆਇੰਟ। ਤਾਂ ਬੱਚਿਓ, ਆਪਾਂ ਇਸ ਨੂੰ ਇੰਡੀਆ ਦਾ ਸਦਰਨ ਮੋਸਟ ਪੁਆਇੰਟ ਵੀ ਕਹਿੰਦੇ ਹਾਂ। ਠੀਕ ਹੈ, ਇਹ ਬੱਚਿਓ 6 ਡਿਗਰੀ ਅਤੇ 4 ਮਿੰਟ ਜਿਹੜੀ ਇਸ ਦੀ ਲੋਕੇਸ਼ਨ ਆ ਗਈ ਲੈਂਗੀਟਿਊਡ। ਤੇ ਬੱਚਿਓ ਯਾਦ ਰੱਖਣਾ, ਅੱਗੇ ਦੇ ਨਾਲ ਦੇ ਜਿਹੜੇ ਪ੍ਰਸ਼ਨ ਸਾਨੂੰ ਹੋਰ ਵੀ ਆਉਣਗੇ। ਤਾਂ ਹੁਣ ਬੱਚਿਓ ਅਸੀਂ ਤੀਸਰਾ ਪ੍ਰਸ਼ਨ ਦੇਖਦੇ ਹਾਂ। ਸਾਡੇ ਕੋਲ ਤੀਸਰੇ ਪ੍ਰਸ਼ਨ ਦੇ ਵਿੱਚ ਕੀ ਹੈ, ਵਾਟ ਇਜ਼ ਦਾ ਟੋਟਲ ਜੀਓਗ੍ਰਾਫੀਕਲ ਏਰੀਆ ਆਫ ਇੰਡੀਆ। ਤਾਂ ਭਾਰਤ ਦਾ ਕੁੱਲ ਭੂਗੋਲਿਕ ਖੇਤਰ ਕਿੰਨਾ ਹੈ। ਠੀਕ ਹੈ ਬੱਚਿਓ, ਤਾਂ ਇਹ ਹੈ 3.28 ਮਿਲੀਅਨ ਸਕੁਅਰ ਕਿਲੋਮੀਟਰ।
ਤਾਂ 3.28 ਮਿਲੀਅਨ ਵਰਗ ਕਿਲੋਮੀਟਰ ਸਾਡੇ ਇੰਡੀਆ ਦਾ ਟੋਟਲ ਜਿਓਗ੍ਰਾਫੀਕਲ ਏਰੀਆ ਹੈ। ਹੁਣ ਬੱਚੋ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ। ਸਾਡੇ ਕੋਲ ਪ੍ਰਸ਼ਨ ਨੰਬਰ 4 ਹੈ, ਵਿਚ ਵਾਟਰ ਬੋਡੀ ਸਰਾਊਂਡ ਦਾ ਇੰਡੀਆ। ਭਾਰਤ ਨੂੰ ਕਿਹੜੀਆਂ ਵਾਟਰ ਬੋਡੀ ਯਾਨੀ ਕਿ ਕਿਹੜੇ ਜਿਹੜੇ ਪਾਣੀ ਵਾਲੇ ਥਾਂ ਆਪਾਂ ਸਮੁੰਦਰ ਕਹਿ ਲਈਏ ਉਹ ਭਾਰਤ ਨੂੰ ਘੇਰਦੇ ਆ। ਤਾਂ ਬੱਚੋ ਤੁਸੀਂ ਨਕਸ਼ਾ ਦੇਖਿਆ ਹੋਣਾਗਾ ਵੀ ਜਿਹੜਾ ਭਾਰਤ ਆਪਾਂ ਸਾਊਥ ਵੱਲ ਲਿਖ ਗਏ ਤਾਂ ਤਿੰਨ ਉਹਨੂੰ ਜਿਹੜੀਆਂ ਵਾਟਰ ਬੋਡੀਜ਼ ਲੱਗਦੀਆਂ ਹਨ। ਇੱਕ ਹੈ ਸਾਡੇ ਕੋਲੇ ਈਸਟ ਬੇ ਆਫ ਬੰਗਾਲ, ਠੀਕ ਹੈ, ਜੋ ਸਾਡੇ ਈਸਟ ਵੱਲ ਹੈ। ਜੇ ਆਪਾਂ ਦੇਖੀਏ ਬੱਚਿਓ ਵੀ ਇਸ ਤਰ੍ਹਾਂ ਸਾਡੇ ਕੋਲ ਜੋ ਭਾਰਤ ਦਾ ਸਾਡੇ ਕੋਲ ਮੈਪ ਹੈ, ਆਪਾਂ ਇਸ ਨੂੰ ਸਿੰਪਲ ਜਿਹਾ ਬਣਾ ਲੈਂਦੇ ਹਾਂ। ਤਾਂ ਇੱਧਰ ਈਸਟ ਵੱਲ ਕਿਹੜੀ ਆ ਜਾਂਦੀ ਹੈਗੀ, ਬੇ ਆਫ ਬੰਗਾਲ। ਈਸਟ ਦੇ ਵਿੱਚ ਕਿਹੜੀ ਹੈ, ਬੇ ਆਫ ਬੰਗਾਲ। ਵੈਸਟ ਵੱਲ ਬੱਚੋ ਕਿਹੜੀ ਹੈ, ਅਰਬਨ ਸੀਆ, ਅਰਬਨ ਸੀਆ, ਜਿਸਨੂੰ ਅਸੀਂ ਅਰਬ ਸਾਗਰ ਕਹਿੰਦੇ ਆ, ਜਿਸਨੂੰ ਅਸੀਂ ਬੰਗਾਲ ਦੀ ਖਾੜੀ ਕਹਿੰਦੇ ਹਾਂ। ਬੱਚੋ ਤੁਹਾਨੂੰ ਪਤਾ ਬੇ ਆਫ ਬੰਗਾਲ, ਬੰਗਾਲ ਦੀ ਖਾੜੀ, ਇਹ ਸਾਡੇ ਕੋਲ ਕੀ ਹੈ ਬੱਚਿਓ, ਅਰਬ ਸਾਗਰ। ਸਾਊਥ ਦੇ ਵਿੱਚ ਬੱਚਿਓ ਕੀ ਹੈ, ਇੰਡੀਅਨ ਓਸ਼ਨ, ਹਿੰਦ ਮਹਾਸਾਗਰ। ਇੱਧਰ ਸਾਡੇ ਕੋਲ ਆ ਜਾਂਦਾ ਬੱਚਿਓ ਸਾਊਥ ਦੇ ਵਿੱਚ ਇੰਡੀਅਨ ਓਸ਼ਨ, ਠੀਕ ਹੈ, ਹਿੰਦ ਮਹਾਸਾਗਰ, ਠੀਕ ਹੈ ਬੱਚਿਓ। ਤਾਂ ਇਸ ਤਰ੍ਹਾਂ ਜਿਹੜਾ ਇੰਡੀਆ ਦਾ ਤਿੰਨ ਵਾਟਰ ਬੋਡੀ ਨਾਲ ਸਰਾਊਂਡਡ ਹੈ, ਅਰਬ ਸਾਗਰ, ਠੀਕ ਹੈ ਬੱਚਿਓ, ਬੰਗਾਲ ਦੀ ਖਾੜੀ ਤੇ ਹਿੰਦ ਮਹਾਸਾਗਰ। ਤਾਂ ਬੱਚਿਓ ਇੱਥੇ ਇੱਕ ਇਹੋ ਜਿਹਾ ਪੁਆਇੰਟ ਆ ਜਾਂਦਾ ਹਨ ਤੁਹਾਡੇ ਕੋਲ, ਤੁਸੀਂ ਇਸ ਨੂੰ ਯਾਦ ਰੱਖਣਾ ਹੈ। ਸਾਡੇ ਕੋਲ ਤਾਂ ਦੇਖੋ ਇੱਥੇ ਕੀ ਆ, ਇਹ ਸਾਡੇ ਕੋਲ ਇੱਕ ਸਾਊਥਰਨ ਪੁਆਇੰਟ ਹੈ, ਠੀਕ ਹੈ, ਜਿਸ ਨੂੰ ਅਸੀਂ ਤਾਂ ਬੱਚਿਓ ਸਾਊਥ ਦੇ ਵਿੱਚ ਸਾਡੇ ਕੋਲ ਇੱਕ ਪੁਆਇੰਟ ਇਹੋ ਜਿਹਾ ਹੈ। ਬੱਚਿਓ ਸਾਊਥ ਦੇ ਵਿੱਚ ਸਾਡੇ ਕੋਲ ਇੱਕ ਪੁਆਇੰਟ ਇਹੋ ਜਿਹਾ ਹੈਗਾ ਜਿਸ ਨੂੰ ਤੁਸੀਂ ਯਾਦ ਰੱਖਣਾ, ਉਹ ਪੁਆਇੰਟ ਹੈ ਕੰਨਿਆ ਕੁਮਾਰੀ, ਕੰਨਿਆ ਕੁਮਾਰੀ, ਜਿਹਦੇ ਜਿਹੜਾ ਇੱਕ ਕਾਮਨ ਪੁਆਇੰਟ ਹੈ, ਜਿਹਦੇ ਇੱਕ ਪਾਸੇ ਅਰਬਨ ਸੀਆ ਲੱਗਦਾ ਹੈ, ਇੱਕ ਪਾਸੇ ਬੇ ਆਫ ਬੰਗਾਲ ਤੇ ਇੱਕ ਪਾਸੇ ਹਿੰਦ ਮਹਾਸਾਗਰ। ਤਾਂ ਕਈ ਵਾਰੀ ਇਹ ਪ੍ਰਸ਼ਨ ਆ ਜਾਂਦਾ ਹੈ ਵੀ ਇੰਡੀਆ ਦਾ ਸਾਊਥ ਵਿੱਚ ਇਹੋ ਜਿਹਾ ਕਿਹੜਾ ਪੁਆਇੰਟ ਹੈ, ਇਹੋ ਜਿਹੀ ਕਿਹੜੀ ਪਲੇਸ ਹੈ ਜਿਸ ਦੇ ਤਿੰਨ ਸਾਗਰ ਯਾਨੀ ਕਿ ਤਿੰਨ ਵਾਟਰ ਬੋਡੀਜ਼ ਕਾਮਨ ਹਨ, ਸਾਂਝੀਆਂ ਹਨ। ਤਾਂ ਉਹ ਸਾਡਾ ਹੈ ਕੰਨਿਆ ਕੁਮਾਰੀ, ਠੀਕ ਹੈ ਬੱਚਿਓ, ਇਹ ਤੁਸੀਂ ਬਿਲਕੁਲ ਯਾਦ ਰੱਖਣਾ ਹੈ। ਤਾਂ ਹੁਣ ਬੱਚਿਓ ਅੱਗੇ ਆਪਾਂ ਪੰਜਵਾਂ ਪ੍ਰਸ਼ਨ ਦੇਖਦੇ ਹਾਂ। ਸਾਡੇ ਕੋਲ ਪੰਜਵੇਂ ਪ੍ਰਸ਼ਨ ਹੈ, ਵਿਚ ਇਜ਼ ਦਾ 7th ਲਾਰਜੈਸਟ ਕੰਟਰੀ ਆਫ ਦਾ ਵਰਲਡ। ਦੁਨੀਆ ਦੀ ਸਭ ਤੋਂ ਵੱਡੀ ਕੰਟਰੀ ਕਿਹੜੀ ਹੈ, ਜਾਣੀ ਕਿ ਦੁਨੀਆ ਦਾ ਸਭ ਤੋਂ ਵੱਡਾ 7ਵਾਂ ਦੇਸ਼ ਕਿਹੜਾ ਹੈ। ਤਾਂ ਬੱਚਿਓ ਉਹ ਹੈ ਇੰਡੀਆ। ਤਾਂ ਇੰਡੀਆ ਵਰਲਡ ਦੇ ਵਿੱਚ ਜਾਣੀ ਕਿ ਸਾਰੇ ਵਿਸ਼ਵ ਦੇ ਵਿੱਚ 7ਵੇਂ ਸਥਾਨ ਤੇ ਆਉਂਦਾ ਹੈ, ਜੋ ਲਾਰਜੈਸਟ ਕੰਟਰੀ ਹੈ। ਤਾਂ ਬੱਚਿਓ ਤੁਹਾਨੂੰ ਇਹਦੇ ਬਾਰੇ ਪੂਰਾ ਪਤਾ ਹੋਣਾ ਚਾਹੀਦਾ ਹੈ ਵੀ ਜਿਹੜੀ ਪਹਿਲੀ ਕੰਟਰੀ ਸਭ ਤੋਂ ਵੱਡੀ ਕਿਹੜੀ ਹੈ, ਦੂਜੀ ਕਿਹੜੀ ਹੈ। ਤਾਂ ਤੁਹਾਨੂੰ ਮੈਂ ਲਿਖ ਦਿੰਦਾ ਹੈ, ਤੁਸੀਂ ਇਸ ਨੂੰ ਆਪਣੀ ਕਾਪੀ ਤੇ ਨੋਟ ਕਰ ਲੈਣਾ ਹੈ। ਬੱਚਿਓ ਸਾਡੇ ਕੋਲ ਰਸ਼ੀਆ ਹੈ, ਜਿਸਨੂੰ ਅਸੀਂ ਰੂਸ ਵੀ ਕਹਿੰਦੇ ਹਾਂ, ਉਹ ਪਹਿਲੇ ਨੰਬਰ ਤੇ ਆਉਂਦਾ ਹੈ। ਉਸ ਤੋਂ ਬਾਅਦ ਹੈ ਕੈਨੇਡਾ, ਕੈਨੇਡਾ ਦੂਸਰੇ ਪਲੇਸ ਤੇ ਆਉਂਦਾ ਹੈ। ਉਸ ਤੋਂ ਬਾਅਦ ਹੈ USA, ਯੂਨਾਈਟਿਡ ਸਟੇਟ ਆਫ ਅਮਰੀਕਾ, ਇਹ ਤੀਸਰੇ ਸਥਾਨ ਤੇ ਆਉਂਦਾ ਹੈ। ਉਸ ਤੋਂ ਬਾਅਦ ਬੱਚਿਓ ਹੈ ਚਾਈਨਾ, ਚਾਈਨਾ ਚੌਥੇ ਨੰਬਰ ਤੇ ਆਉਂਦਾ ਹੈ, ਠੀਕ ਹੈ, ਏਰੀਏ ਦੇ ਹਿਸਾਬ ਨਾਲ। ਉਸ ਤੋਂ ਬਾਅਦ ਹੈ ਬ੍ਰਾਜ਼ੀਲ, ਜੋ 5ਵੇਂ ਨੰਬਰ ਤੇ ਹੈ ਏਰੀਏ ਦੇ ਹਿਸਾਬ ਨਾਲ। ਉਸ ਤੋਂ ਬਾਅਦ ਹੈ ਆਸਟ੍ਰੇਲੀਆ, ਆਸਟ੍ਰੇਲੀਆ ਜੋ 6ਵੇਂ ਨੰਬਰ ਤੇ ਆਉਂਦਾ ਹੈ ਪੋਜੀਸ਼ਨ ਦੇ ਹਿਸਾਬ ਨਾਲ, ਠੀਕ ਹੈ ਬੱਚਿਓ, ਆਸਟ੍ਰੇਲੀਆ। ਉਸ ਤੋਂ ਬਾਅਦ ਆਉਂਦੀ ਹੈ ਇੰਡੀਆ ਦੀ ਵਾਰੀ। ਤਾਂ ਇੰਡੀਆ ਬੱਚਿਓ ਕਿੰਨੇ ਨੰਬਰ ਤੇ ਹੋਗਾ, 7ਵੇਂ। ਦੇਖੋ ਇੱਕ ਨੰਬਰ ਤੇ ਰਸ਼ੀਆ, 2 ਨੰਬਰ ਤੇ ਕੈਨੇਡਾ, 3 ਨੰਬਰ ਤੇ USA, 4 ਨੰਬਰ ਤੇ ਚਾਈਨਾ, 5 ਨੰਬਰ ਤੇ ਬ੍ਰਾਜ਼ੀਲ, 6 ਨੰਬਰ ਤੇ ਆਸਟ੍ਰੇਲੀਆ ਤੇ 7 ਨੰਬਰ ਤੇ ਇੰਡੀਆ। ਤਾਂ ਬੱਚਿਓ ਤੁਹਾਡੇ ਦਿਮਾਗ 'ਚ ਆਉਂਦਾ ਵੀ 8 ਨੰਬਰ ਤੇ ਫਿਰ ਕਿਹੜੀ ਕੰਟਰੀ ਹੈ, ਇਹ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਉਹ ਹੈ ਅਰਜਨਟੀਨਾ, ਅਰਜਨਟੀਨਾ। ਤਾਂ ਅਰਜਨਟੀਨਾ ਇੰਡੀਆ ਤੋਂ ਬਾਅਦ
8वें नंबर ਤੇ ਏਰੀਏ ਦੇ ਹਿਸਾਬ ਨਾਲ, ਠੀਕ ਆ, ਖੇਤਰਫਲ ਦੇ ਹਿਸਾਬ ਨਾਲ ਜੋ ਇੰਡੀਆ ਹੈ ਉਹਦਾ ਦੁਨੀਆ ਵਿੱਚ 7ਵਾਂ ਸਥਾਨ ਹੈ। ਤਾਂ ਇਹ ਸਭ ਤੁਹਾਡੇ ਕੋਲ ਇੱਕ ਲਿਸਟ ਹੈ ਜਿਸ ਨੂੰ ਤੁਸੀਂ ਆਪਣੀ ਕਾਪੀ ਤੇ ਨੋਟ ਕਰ ਲੈਣਾ ਹੈ। ਕਈ ਵਾਰੀ ਇਹੋ ਜਿਹੇ ਪ੍ਰਸ਼ਨ ਪੇਪਰ ਦੇ ਵਿੱਚ ਆ ਜਾਂਦੇ ਹਨ। ਬੱਚੇ ਸਾਡੇ ਕੋਲ ਅੱਗੇ 6ਵਾਂ ਪ੍ਰਸ਼ਨ ਹੈ, ਵਿਚ ਕਨਾਲ ਹੈ reduced the distance between Europe and India। ਯੂਰਪ ਅਤੇ ਇੰਡੀਆ ਵਿਚਕਾਰ ਕਿਹੜੀ ਨਹਿਰ ਕਰਕੇ ਜੋ ਦੂਰੀ ਆ ਉਹ ਘਟ ਗਈ ਹੈ, ਤੇ ਇਹ ਬੱਚਿਓ ਆਪਾਂ ਦੱਸਣਾ ਹੈ। ਠੀਕ ਆ ਬੱਚਿਓ, ਤਾਂ ਇਹ ਆਪਾਂ ਦੇਖਦੇ ਹਾਂ। ਤਾਂ ਤੁਸੀਂ ਦੱਸੋ ਇਹਦਾ ਆਨਸਰ ਕੀ ਹੋ ਸਕਦਾ ਹੈ। ਕਿਹੜੀ ਨਹਿਰ ਕਰਕੇ ਇੰਡੀਆ ਅਤੇ ਯੂਰਪ ਦੇ ਵਿੱਚ ਜੋ ਡਿਸਟੈਂਸ ਹੈ, ਦੂਰੀ ਹੈ, ਉਹ ਘਟ ਗਈ ਹੈ। ਠੀਕ ਹੈ, ਤਾਂ ਬੱਚਿਓ ਇਸ ਦਾ ਆਨਸਰ ਹੈ ਸਵੇਜ ਕਨਾਲ। ਸਵੇਜ ਕਨਾਲ, ਠੀਕ ਹੈ ਬੱਚਿਓ। ਤੇ ਇਹ ਆਪਾਂ ਦੇਖਦੇ ਹਾਂ ਬੱਚਿਓ ਇਹ ਕਿੱਥੇ ਬਣੀ ਹੈ। ਤਾਂ ਬੱਚਿਓ ਇਹ ਹੈ ਸਾਡੇ ਕੋਲ ਸਵੇਜ ਕਨਾਲ ਜੋ ਮੈਡੀਟੇਰੀਅਨ ਸੀਆ ਨੂੰ ਰੈੱਡ ਸੀਆ ਦੇ ਨਾਲ ਜੋੜਦੀ ਹੈ। ਤਾਂ ਬੱਚਿਓ ਜਿਹੜੀ ਇਹ ਕਨਾਲ ਆ ਇਹ ਆਰਟੀਫਿਸ਼ਲ ਤੌਰ ਤੇ ਬਣਾਈ ਗਈ ਹੈ ਹਿਊਮਨ ਦੁਆਰਾ। ਠੀਕ ਹੈ ਬੱਚਿਓ, ਪਹਿਲਾਂ ਇੱਥੋਂ ਜਾਣੀ ਕਿ ਦੋਨੇ ਸਾਡੇ ਕੋਲੇ ਮਤਲਬ ਆਹ ਸਮੁੰਦਰ ਤੇ ਆਹ ਜਿਹੜਾ ਰੈੱਡ ਸੀ ਹੈਗਾ, ਦੋਨਾਂ ਦੇ ਵਿਚਾਲੇ ਧਰਤੀ ਆ ਜਾਂਦੀ ਸੀਗੀ, ਅਰਥ ਆ ਜਾਂਦੀ ਸੀ ਜਾਣੀ। ਤਾਂ ਉੱਥੋਂ ਦੀ ਇੱਕ ਕਨਾਲ ਜਿਹੜੀ ਆ ਉਹ ਬਣਾਈ ਗਈ ਹੈ। ਤਾਂ ਇਸ ਦੋਨਾਂ ਸਮੁੰਦਰਾਂ ਨੂੰ ਆਪਸ ਵਿੱਚ ਇੱਥੋਂ ਜੋੜ ਦਿੱਤਾ ਗਿਆ ਹੈ, ਜਿਸ ਕਰਕੇ ਜੋ ਸਮੁੰਦਰੀ ਜਹਾਜ਼ ਹੈਗੇ ਉਹ ਇੱਥੋਂ ਦੀ ਕ੍ਰਾਸ ਕਰਕੇ ਆ ਜਾਂਦੇ ਹਨ। ਤਾਂ ਇਹਦੇ ਅੱਗੇ ਪਾਸੇ ਵਿੱਚ ਸਾਡੇ ਕੋਲ ਏਸ਼ੀਆ ਆ ਗਿਆ, ਇੱਧਰ ਸਾਡੇ ਕੋਲ ਯੂਰਪ ਆ ਗਿਆ। ਤਾਂ ਨਹੀਂ ਸਾਨੂੰ ਅੱਗੇ ਸਾਊਥ ਅਫਰੀਕਾ ਦੇ ਉੱਪਰ ਦੀ ਆਉਣਾ ਪੈਂਦਾ ਸੀ। ਤਾਂ ਇਸ ਕਰਕੇ ਜਿਹੜਾ ਜਹਾਜ਼ ਹੈਗੇ ਉਹ ਇਸ ਰਸਤੇ ਰੈੱਡ ਸੀ ਦੇ ਥਰੂ ਅੱਗੇ ਇੰਡੀਆ ਆ ਜਾਂਦੇ ਹਨ। ਤਾਂ ਸਵੇਜ ਕਨਾਲ ਕਰਕੇ ਇੰਡੀਆ ਅਤੇ ਯੂਰਪ ਦੇ ਵਿੱਚ ਜਿਹੜੀ ਦੂਰੀ ਆ ਉਹ ਪਹਿਲਾਂ ਨਾਲੋਂ ਕਾਫੀ ਘਟ ਗਈ ਹੈ। ਇਹ ਤੁਸੀਂ ਯਾਦ ਰੱਖਣਾ। ਬੱਚੇ ਤੁਹਾਨੂੰ ਇਹਦਾ ਉੱਤਰ ਪਤਾ ਲੱਗ ਗਿਆ ਸੀ ਆਪਣਾ 6ਵੇਂ ਦਾ ਕੀ ਹੈ, ਸਵੇਜ ਕਨਾਲ। ਸਾਡੇ ਕੋਲ 7ਵਾਂ ਪ੍ਰਸ਼ਨ ਹੈ, ਵਿਚ ਪਲੇਸ ਇਜ ਸਿਚੁਏਟਡ ਔਨ ਦਾ 3 ਸੀਜ਼। ਇਹੋ ਜਿਹੀ ਕਿਹੜੀ ਥਾਂ ਜਿਹੜੀ 3 ਸੀਆ ਜਾਣੀ ਕਿ 3 ਸਮੁੰਦਰਾਂ ਦੇ ਨਾਲ ਲੱਗਦੀ ਹੈ। ਤਾਂ ਬੱਚੇ ਤੁਹਾਨੂੰ ਆਪਾਂ ਇਸ ਵੀਡੀਓ ਸ਼ੁਰੂ ਹੀ ਦੱਸਿਆ ਸੀਗਾ ਉਹ ਕਿਹੜੀ ਜਗ੍ਹਾ ਹੈ, ਕੰਨਿਆ ਕੁਮਾਰੀ। ਤਾਂ ਕੰਨਿਆ ਕੁਮਾਰੀ ਨਾਲ 3 ਸਮੁੰਦਰ ਜਾਣੀ ਕਿ 3 ਸੀਆਜ਼ ਲੱਗਦੇ ਹਨ, ਅਰਬਨ ਸੀਆ, ਬੇ ਆਫ ਬੰਗਾਲ ਐਂਡ ਇੰਡੀਅਨ ਓਸ਼ਨ। ਇਹ ਬੱਚੇ ਤੁਸੀਂ ਯਾਦ ਰੱਖਣਾ ਹੈ। ਤਾਂ ਹੁਣ ਬੱਚਿਓ ਆਪਾਂ ਅੱਗੇ 8ਵਾਂ ਪ੍ਰਸ਼ਨ ਦੇਖਦੇ ਹਾਂ। ਸਾਡੇ ਕੋਲ 8ਵਾਂ ਪ੍ਰਸ਼ਨ ਹੈ, ਹਾਊ ਮੈਨੀ ਸਟੇਟਸ ਐਂਡ ਯੂਨੀਅਨ ਟੈਰੀਟਰੀ ਆਰ ਦੇਅਰ ਇਨ ਇੰਡੀਆ। ਇੰਡੀਆ ਵਿੱਚ ਕਿੰਨੇ ਸਟੇਟ ਹਨ ਤੇ ਕਿੰਨੇ ਯੂਨੀਅਨ ਟੈਰੀਟਰੀ ਜਾਣੀ ਕਿ ਕੇਂਦਰ ਸ਼ਾਸਿਤ ਪ੍ਰਦੇਸ਼। ਤਾਂ ਬੱਚਿਓ ਤੁਹਾਨੂੰ ਪਤਾ ਹੈ ਯੂਨੀਅਨ ਟੈਰੀਟਰੀ ਦਾ ਮਤਲਬ ਕੇਂਦਰ ਸ਼ਾਸਿਤ ਪ੍ਰਦੇਸ਼। ਠੀਕ ਹੈ ਬੱਚਿਓ, ਸਟੇਟ ਰਾਜ। ਬੱਚਿਓ ਆਪਣੇ ਜਿਹੜੇ ਬੁੱਕਸ ਹਨ ਉਹ ਪੁਰਾਣੀਆਂ ਛਪੀਆਂ ਹਨ। ਤਾਂ ਇਸ ਸਾਲ ਜਾਣੀ ਕਿ ਪਿਛਲੇ ਸਾਲ 2019 ਦੇ ਵਿੱਚ ਭਾਰਤ ਸਰਕਾਰ ਵੱਲੋਂ ਇੱਕ ਸਟੇਟ ਨੂੰ ਤੋੜ ਕੇ ਉਹਦੀਆਂ 2 ਯੂਨੀਅਨ ਟੈਰੀਟਰੀ 2 ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਏ ਗਏ ਹਨ। 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮਿਲਾ ਕੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ ਹੈ। ਤਾਂ ਇਸ ਕਰਕੇ ਸਾਡੇ ਕੋਲ ਜੋ ਪਹਿਲਾਂ ਗਿਣਤੀ ਸੀ ਸਾਡੇ ਕੋਲ 29 ਸਟੇਟ ਸਨ, 7 ਯੂਨੀਅਨ ਟੈਰੀਟਰੀ ਸਨ, ਯੂਟੀ ਸਨ। ਹੁਣ ਬੱਚਿਓ ਸਾਡੇ ਕੋਲ ਇਹ ਕੀ ਹੋਇਆ, ਸਾਡੇ ਕੋਲ 28 ਸਟੇਟ ਹਨ ਤੇ 8 ਯੂਟੀਜ਼ ਹਨ। ਇਹ ਬੱਚਿਓ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿਹੜੀ ਕਿਹੜੀਆਂ ਬੱਚੇ ਸਾਡੇ ਕੋਲ ਇਹ ਯੂਟੀ ਹਨ। ਇੱਕ ਸਾਡੇ ਕੋਲ ਜੰਮੂ ਕਸ਼ਮੀਰ ਬਣੀ ਹੈ। ਦੇਖੋ ਪਹਿਲਾਂ ਸਾਡੇ ਕੋਲ ਜੰਮੂ ਐਂਡ ਕਸ਼ਮੀਰ ਇੱਕ ਸਟੇਟ ਹੁੰਦਾ ਸੀ, ਇੱਕ ਰਾਜ ਹੁੰਦਾ ਸੀ। ਤਾਂ ਉਸ ਨੂੰ ਤੋੜ ਕੇ ਇੱਕ ਜੰਮੂ ਐਂਡ ਕਸ਼ਮੀਰ ਯੂਟੀ ਬਣਾ ਦਿੱਤੀ ਗਈ ਹੈ, ਦੂਸਰੀ ਇੱਕ ਲਦਾਖ ਬਣਾ ਦਿੱਤੀ ਗਈ ਹੈ। ਚੰਡੀਗੜ੍ਹ ਸਾਡੇ ਕੋਲ ਪਹਿਲਾਂ ਸੀ, ਦਿੱਲੀ ਵੀ ਪਹਿਲਾਂ ਹੁੰਦੀ ਸੀ। ਇੱਧਰ ਸਾਡੇ ਕੋਲ ਅੰਡੇਮਾਨ ਨਿਕੋਬਾਰ ਹੈ, ਇਹ ਵੀ ਪਹਿਲਾਂ ਐਗਜ਼ਿਸਟ ਹੁੰਦੀ ਸੀ। ਪੁਡੂਚੇਰੀ ਵੀ ਪਹਿਲਾਂ ਹੁੰਦੀ ਸੀ, ਲਕਸ਼ਦੀਪ ਵੀ ਪਹਿਲਾਂ ਹੁੰਦੀ ਸੀ। ਪਹਿਲਾਂ ਇੱਕ ਸਾਡੇ ਕੋਲ ਦਮਨ ਐਂਡ ਦਿਊ ਤੇ ਦਾਦਰਾ ਨਗਰ ਹਵੇਲੀ, ਇਹ 2 ਅਲੱਗ-ਅਲੱਗ ਯੂਟੀ ਸਨ। ਠੀਕ ਹੈ ਬੱਚਿਓ, ਇੱਕ ਕਿਹੜੀ ਸੀ ਦਮਨ ਐਂਡ ਦਿਊ, ਦੂਸਰੀ ਸੀ ਦਾਦਰਾ ਐਂਡ ਨਗਰ ਹਵੇਲੀ। ਇਹ 2 ਅਲੱਗ-ਅਲੱਗ ਯੂਟੀ ਹੁੰਦੇ ਸਨ। ਇਹਨਾਂ ਦੋਨਾਂ ਨੂੰ ਮਿਲਾ ਕੇ ਇੱਕ ਜਿਹੜੀ ਨਵੀਂ ਆ ਉਹ ਯੂਟੀ ਇਹਨਾਂ ਦੋਨਾਂ ਤੋਂ ਬਣਾਈ ਗਈ ਹੈ, ਦਮਨ ਐਂਡ ਦਿਊ ਐਂਡ ਦਾਦਰਾ ਐਂਡ ਨਗਰ ਹਵੇਲੀ। ਤਾਂ ਦੋਨਾਂ ਦਾ ਨਾਮ ਇਕੱਠਾ ਕਰ ਦਿੱਤਾ ਗਿਆ ਹੈ। ਤਾਂ ਇਸ ਤਰ੍ਹਾਂ ਬੱਚਿਓ ਸਾਡੇ ਕੋਲ 4 ਇਸ ਸਾਈਡ ਹਨ ਤਾਂ ਆਪਾਂ 4। ਤਾਂ ਕੁੱਲ ਸਾਡੇ ਕੋਲ ਯੂਟੀਜ਼ ਕਿੰਨੀਆਂ ਹੋ ਗਈਆਂ 8 ਤੇ ਸਾਡੇ ਕੋਲ ਜੋ ਸਟੇਟ ਬੱਚਿਓ ਕਿੰਨੇ ਹਨ 28। ਤਾਂ ਇਹ ਬੱਚੇ ਤੁਸੀਂ ਨੋਟ ਕਰ ਲੈਣਾ ਕਿਉਂਕਿ ਜਿਹੜੇ ਪ੍ਰਸ਼ਨ ਆ ਕਾਫੀ ਮਹੱਤਵਪੂਰਨ ਹੈ। ਤਾਂ ਬੱਚੇ ਤੁਹਾਨੂੰ 8 ਪਿੰਡ ਉੱਤਰ ਪਤਾ ਲੱਗ ਗਿਆ ਸੀ। ਆਪਸ਼ਨ ਨੰਬਰ 3 ਹੈ। ਅੱਗੇ ਸਾਡੇ ਕੋਲ ਜੋ ਪ੍ਰਸ਼ਨ ਹੈ ਉਹ ਹੈ ਨੇਮ ਦਾ ਆਈਲੈਂਡ
groups lying in the Arabian Sea, ਜਾਣੀ ਕਿ ਅਰਬ ਸਾਗਰ ਦੇ ਵਿੱਚ ਜੋ ਟਾਪੂ ਹਨ ਉਹ ਕਿਹੜੇ-ਕਿਹੜੇ ਹਨ, ਇਹ ਆਪਾਂ ਦੱਸਣਾ ਹੈ। ਤਾਂ ਬੱਚੋ ਤੁਹਾਨੂੰ ਪਤਾ ਹੈ ਜੋ ਅਰਬਨ ਸੀ ਅਰਬ ਸਾਗਰ ਹੈ ਇਹ ਵੈਸਟ ਵੱਲ ਹੈ, ਤਾਂ ਉਹਦੇ ਵਿੱਚ ਕਿਹੜੇ ਟਾਪੂ ਆਉਂਦੇ ਹਨ, ਕਿਹੜੇ ਆਈਲੈਂਡ ਆਉਂਦੇ ਹਨ, ਲਕਸ਼ਦੀਪ ਆਈਲੈਂਡਸ। ਤਾਂ ਬੱਚੋ ਜਿਹੜਾ ਪ੍ਰਸ਼ਨ ਹੈ ਸੌਖਾ ਸੀਗਾ, ਤਾਂ ਲਕਸ਼ਦੀਪ ਆਈਲੈਂਡ ਅਰਬਨ ਸੀਆ ਦੇ ਵਿੱਚ ਆਉਂਦੇ ਹਨ। ਬੱਚੋ ਸਾਡੇ ਕੋਲ 10ਵਾਂ ਪ੍ਰਸ਼ਨ ਹੈ, which island group of India lie to its south east, ਸਾਊਥ ਈਸਟ ਦੇ ਵਿੱਚ ਕਿਹੜਾ ਆਈਲੈਂਡ ਗਰੁੱਪ ਲਾਈ ਕਰਦਾ ਹੈ। ਤਾਂ ਬੱਚੇ ਤੁਸੀਂ ਸਮਝ ਗਏ ਹੋਵੋਗੇ ਸਾਊਥ ਈਸਟ, ਦੇਖੋ ਇਹ ਸਾਡੇ ਕੋਲ ਇੰਡੀਆ ਦਾ ਨਕਸ਼ਾ ਹੈ, ਜੇ ਆਪਾਂ ਸਮਝ ਗਏ ਅੱਗੇ ਸਾਡੇ ਕੋਲ ਇਸ ਤਰ੍ਹਾਂ ਜਿਹੜਾ ਆ ਜਾਂਦਾ ਹੈ, ਇਹਦੇ ਕੋਲ ਨਕਸ਼ਾ ਹੈ, ਠੀਕ ਹੈ ਬੱਚਿਓ। ਤਾਂ ਇਹ ਜੋ ਸਾਡੇ ਕੋਲ ਭਾਗ ਹੈ ਇਹ ਸਾਡੇ ਕੋਲ ਕੀ ਹੈ, ਇਹ ਸਾਡੇ ਕੋਲੇ ਸਾਊਥ ਈਸਟ ਆਪਾਂ ਇਸ ਨੂੰ ਬੋਲਦੇ ਹਾਂ। ਤਾਂ ਬੱਚਿਓ ਇੱਧਰ ਕੁਝ ਟਾਪੂ ਪਏ ਹਨ, ਤਾਂ ਕਿਹੜੇ ਟਾਪੂ ਹਨ, ਅੰਡੇਮਾਨ ਐਂਡ ਨਿਕੋਬਾਰ, ਅੰਡੇਮਾਨ ਨਿਕੋਬਾਰ ਆਈਲੈਂਡ ਸਾਊਥ ਈਸਟ ਦੇ ਵਿੱਚ ਹਨ। ਤਾਂ ਇਸ ਕਰਕੇ ਬੱਚਿਓ ਜੋ ਸਾਡੇ 10ਵੇਂ ਪ੍ਰਸ਼ਨ ਦਾ ਉੱਤਰ ਹੈ ਉਹ ਕੀ ਹੈ, ਅੰਡੇਮਾਨ ਐਂਡ ਨਿਕੋਬਾਰ, ਠੀਕ ਹੈ। ਆਪਸ਼ਨ ਨੰਬਰ 2 ਇਸ ਪ੍ਰਸ਼ਨ ਦਾ ਉੱਤਰ ਹੈ। ਤਾਂ ਬੱਚਿਓ ਸਾਡੇ ਕੋਲ 11ਵਾਂ ਪ੍ਰਸ਼ਨ ਹੈ, ਵਿਚ ਆਈਲੈਂਡ ਕੰਟਰੀ ਆਰ ਆਵਰ ਸਦਰਨ ਨੇਬਰਸ, ਤਾਂ ਸਾਡੇ ਸਾਊਥ ਦੱਖਣ ਵਿੱਚ ਕਿਹੜੇ ਸਾਡੇ ਦੇਸ਼ ਗਵਾਂਢੀ ਹਨ। ਅਸੀਂ ਦੱਖਣ ਵਿੱਚ ਦੱਸਣਾ ਬੱਚਿਓ, ਅਫਗਾਨ ਐਂਡ ਪਾਕਿਸਤਾਨ ਨਹੀਂ ਹਨ, ਠੀਕ ਹੈ, ਇਹ ਨਹੀਂ ਹੋ ਸਕਦਾ ਹੈ। ਭੂਟਾਨ ਤੇ ਨੇਪਾਲ ਇਹ ਵੀ ਸਾਡੇ ਉੱਤਰ ਨਾਰਥ ਵੱਲ ਹਨ, ਚਾਈਨਾ ਐਂਡ ਤਿੱਬਤ ਇਹ ਵੀ ਸਾਡੇ ਉੱਤਰ ਵੱਲ ਹਨ। ਤਾਂ ਸ਼੍ਰੀਲੰਕਾ ਐਂਡ ਮਾਲਦੀਵ, ਸ਼੍ਰੀਲੰਕਾ ਐਂਡ ਮਾਲਦੀਵ ਸਾਡੇ ਇੰਡੀਆ ਦੇ ਦੱਖਣ ਵੱਲ ਗੁਆਂਢੀ ਦੇਸ਼ ਹਨ। ਪ੍ਰਸ਼ਨ ਨੰਬਰ 12, ਵਿਚ ਆਫ ਦਾ ਫੋਲੋਇੰਗ ਕੰਟਰੀ ਇਜ਼ ਆਰ ਲਾਰਜਰ ਦੈਨ ਇੰਡੀਆ, ਹੇਠਾਂ ਦਿੱਤਿਆਂ ਵਿੱਚੋਂ ਜਿਹੜੇ ਕਿਹੜੀਆਂ ਦੇਸ਼ ਹੈਗੇ ਉਹ ਇੰਡੀਆ ਨਾਲੋਂ ਜ਼ਿਆਦਾ ਵੱਡੇ ਹਨ। ਤਾਂ ਬੱਚਿਓ ਤੁਹਾਨੂੰ ਪਹਿਲਾਂ ਆਪਾਂ ਲਿਸਟ ਬਣਾ ਕੇ ਦੱਸੀ ਸੀ, ਰਸ਼ੀਆ ਵੀ ਇੰਡੀਆ ਨਾਲੋਂ ਵੱਡਾ ਹੈ, ਕੈਨੇਡਾ ਵੀ ਇੰਡੀਆ ਨਾਲੋਂ ਵੱਡਾ ਹੈ, ਤੇ ਚਾਈਨਾ ਵੀ ਇੰਡੀਆ ਨਾਲੋਂ ਵੱਡਾ ਕੰਟਰੀ ਹੈ। ਤਾਂ ਇਸ ਕਰਕੇ ਬੱਚਿਓ ਇਸ ਪ੍ਰਸ਼ਨ ਦਾ ਉੱਤਰ ਕੀ ਆਵੇਗਾ, ਆਪਸ਼ਨ ਨੰਬਰ 4 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ, ਆਲ ਆਫ ਦੀ ਅਬਵ। ਹੁਣ ਸਾਡੇ ਕੋਲ 13ਵਾਂ ਪ੍ਰਸ਼ਨ ਹੈ, ਦਾ ਇੰਡਸ ਬੇਸਿਨ ਇਜ ਇਨ ਦਾ ਸਟੇਟ ਆਫ, ਜਿਹੜਾ ਇੰਡਸ ਬੇਸਿਨ ਆ ਇਹ ਕਿਹੜੇ ਸਟੇਟ ਦੇ ਵਿੱਚ ਹੈ, ਕਿਹੜੇ ਰਾਜ ਦੇ ਵਿੱਚ ਆਉਂਦਾ ਹੈ। ਤਾਂ ਬੱਚਿਓ ਇਸ ਦਾ ਉੱਤਰ ਹੈ ਜੰਮੂ ਐਂਡ ਕਸ਼ਮੀਰ, ਠੀਕ ਹੈ ਬੱਚਿਓ। ਸਿੰਧ ਨਦੀਆਂ ਦਾ ਜੋ ਗਰੁੱਪ ਬਣਿਆ ਹੈ, ਠੀਕ ਹੈ, ਇੰਡਸ ਨੂੰ ਆਪਾਂ ਕਹਿ ਦਿੰਦੇ ਹਾਂ, ਤਾਂ ਕਿੱਥੇ ਹੈ, ਜੰਮੂ ਐਂਡ ਕਸ਼ਮੀਰ। ਅਗਰ ਉੱਤਰ ਪ੍ਰਦੇਸ਼ ਵਿੱਚ ਨਹੀਂ ਹੈ, ਹਿਮਾਚਲ ਪ੍ਰਦੇਸ਼ ਵੀ ਨਹੀਂ ਹੈ, ਪੰਜਾਬ ਵਿੱਚ ਵੀ ਸਾਰੀਆਂ ਨਹੀਂ ਆਉਂਦੀਆਂ, ਤਾਂ ਜੰਮੂ ਕਸ਼ਮੀਰ ਇਸ ਦਾ ਜਿਹੜਾ ਸਹੀ ਆਨਸਰ ਹੈ, ਠੀਕ ਹੈ ਬੱਚਿਓ। ਉਸ ਤੋਂ ਬਾਅਦ ਸਾਡੇ ਕੋਲ 14ਵਾਂ ਪ੍ਰਸ਼ਨ, ਇਨ ਵਿਚ ਆਫ ਦਾ ਫੋਲੋਇੰਗ ਵਾਟਰ ਬੋਡੀਜ਼ ਆਰ ਲਕਸ਼ਦੀਪ ਆਈਲੈਂਡ ਆਰ ਸਿਚੁਏਟਡ, ਤਾਂ ਸਾਡੇ ਕੋਲ ਦੱਸਿਆ ਇਹਨਾਂ ਨੇ ਵੀ ਜੋ ਲਕਸ਼ਦੀਪ ਟਾਪੂਜ਼ ਹਨ ਉਹ ਕਿਹੜੀ ਵਾਟਰ ਬੋਡੀ ਦੇ ਵਿੱਚ ਹਨ। ਤਾਂ ਬੱਚਿਓ ਪ੍ਰਸ਼ਨ ਆਪਾਂ ਪਹਿਲਾਂ ਵੀ ਕੀਤਾ, ਲਕਸ਼ਦੀਪ ਵਾਲਾ ਕਿਹੜੇ ਚ ਹਨ, ਉਹ ਅਰਬੀਅਨ ਸੀ ਆ, ਅਰਬ ਸਾਗਰ ਦੇ ਵਿੱਚ ਸਾਡੇ ਕੋਲ ਲਕਸ਼ਦੀਪ ਜਿਹੜੇ ਆਈਲੈਂਡਸ ਆ ਉਹ ਪ੍ਰੈਜ਼ੈਂਟ ਹਨ। ਤਾਂ 14ਵੇਂ ਨੰਬਰ ਪ੍ਰਸ਼ਨ ਦਾ ਉੱਤਰ ਹੈ ਸਾਡੇ ਕੋਲ ਆਪਸ਼ਨ ਨੰਬਰ 1। ਹੁਣ ਬੱਚਿਓ ਆਪਾਂ ਅੱਗੇ ਦੇਖਦੇ ਹਾਂ ਪ੍ਰਸ਼ਨ। ਬੱਚੇ ਸਾਡੇ ਕੋਲ 16ਵਾਂ ਪ੍ਰਸ਼ਨ ਹੈ, ਹਾਊ ਮਚ ਆਫ ਦੀ ਟੋਟਲ ਜਿਓਗ੍ਰਾਫੀਕਲ ਏਰੀਆ ਆਫ ਵਰਲਡ ਡਜ ਇੰਡੀਆ ਅਕਾਊਂਟ ਫਾਰ। ਬੱਚਿਓ ਇਹਦਾ ਕੀ ਮਤਲਬ ਹੈ ਵੀ ਜੋ ਭਾਰਤ ਦਾ ਟੋਟਲ ਜਿਓਗ੍ਰਾਫੀਕਲ ਏਰੀਆ ਹੈ, ਭੂਗੋਲਿਕ ਖੇਤਰ ਹੈ, ਉਹ ਦੁਨੀਆ ਦੇ ਹਿਸਾਬ ਨਾਲ ਵਰਲਡ ਦੇ ਅਕੋਰਡਿੰਗ ਕਿੰਨੇ ਪਰਸੈਂਟ ਹੈ, ਯਾਨੀ ਕਿ ਭਾਰਤ ਦਾ ਜਿਓਗ੍ਰਾਫੀਕਲ ਏਰੀਆ ਭੂਗੋਲਿਕ ਖੇਤਰ ਦੁਨੀਆ ਵਰਲਡ ਦੇ ਹਿਸਾਬ ਨਾਲ, ਵਿਸ਼ਵ ਦੇ ਹਿਸਾਬ ਨਾਲ ਕਿੰਨੇ ਪਰਸੈਂਟ ਹੈ। ਤਾਂ ਬੱਚਿਓ ਇਸ ਦਾ ਆਨਸਰ ਹੈ ਆਪਸ਼ਨ ਨੰਬਰ 3 2.4%, ਠੀਕ ਹੈ ਬੱਚਿਓ, 2.4% ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਤਾਂ ਭਾਰਤ ਦਾ ਜੋ ਏਰੀਆ ਹੈਗਾ ਵਰਲਡ ਦੇ ਅਕੋਰਡਿੰਗ 2.4% ਹੈ। ਬੱਚਿਓ ਸਾਡੇ ਕੋਲ 17ਵਾਂ ਪ੍ਰਸ਼ਨ ਹੈ, with which country does India share its northern boundary। ਬੱਚਿਓ ਇਹ ਬਾਉਂਡਰੀ ਹੈ, ਬਾਉਂਡਰੀ, ਠੀਕ ਹੈ, ਨਾਰਦਰਨ ਬਾਉਂਡਰੀ ਜਾਣੀ ਕਿ ਉੱਤਰ ਵੱਲ, ਠੀਕ ਹੈ, ਉੱਤਰ ਵੱਲ ਜੋ ਭਾਰਤ ਹੈ ਕਿਹੜੇ ਦੇਸ਼ ਨਾਲ ਉਸ ਦੀ ਜਿਹੜੀ ਸੀਮਾ ਉਹ ਲੱਗਦੀ ਹੈ।
ठीक है। उत्तर वाला बच्चों म्यांमार ईस्ट वाला है, बांग्लादेश साढ़े नीचे आ गया, विचाले आ गया। पाकिस्तान वेस्ट वाला है, पाकिस्तान भी नहीं है, बांग्लादेश भी नहीं है, म्यांमार भी है। तो बच्चों की उत्तर है चाइना। तो चाइना इस प्रश्न का सही उत्तर है। चाइना साढ़े इंडिया के उत्तर वाले यानी कि नदरन वाल इसकी बाउंड्री है। 18वां वाट इज अंडरस्टूड बाय द टर्म ਦੁਆਬ। ਬੱਚਿਓ ਇਹਦਾ ਮਤਲਬ ਕੀ ਹੈ ਜੋ ਦੁਆਬ ਸ਼ਬਦ ਹੈ ਤੁਸੀਂ ਸੁਣਿਆ ਹੋਣਾ ਪੰਜਾਬੀ ਵਿੱਚ ਦੁਆਬ। ਦੁਆਬ ਇਸ ਦਾ ਮਤਲਬ ਕੀ ਹੈ ਦੇਖੋ ਦੋ ਆਬ। ਠੀਕ ਹੈ ਬੱਚਿਓ ਆ ਦਾ ਮਤਲਬ ਸਾਡੇ ਕੋਲ ਦੋ ਆਪਾਂ ਕਹਿ ਦਈਏ ਰਿਵਰਸ ਆਪਣੇ ਕੋਲ ਕਿ ਨਦੀਆਂ। ਠੀਕ ਹੈ ਦੋ ਨਦੀ ਤਾਂ ਦੋ ਨਦੀਆਂ ਦੇ ਵਿਚਾਲੇ ਵਾਲੇ ਭਾਗ ਨੂੰ ਖੇਤਰ ਨੂੰ ਅਸੀਂ ਦੁਆਬ ਕਹਿੰਦੇ ਹਾਂ। द रीजन फाउंड नीयर द सी नहीं हो सकता, समुद्र के नेड़े का खेत्र नहीं है। द रीजन या प्लेन लाइंग बिटवीन द टू रिवर्स दो नदियों के विचकार वाला भाग। ठीक है ये बच्चों इस प्रश्न का सही उत्तर है। दो नदियों के जो विचकारला भाग है वो इस प्रश्न का सही उत्तर है। बच्चों द रीजन या प्लेन लाइंग बिटवीन द टू रिवर्स ऑप्शन नंबर 2 इस प्रश्न का सही उत्तर है। बच्चों साढ़े को 19वां प्रश्न है विच वैली इज कॉल्ड पैराडाइज ऑन अर्थ। तो बच्चे का उत्तर पता ही होना पैराडाइज ऑन द अर्थ। ठीक है धरती ते स्वर्ग केड़ी वैली नूं कहा जाता है, केड़ी घाटी नूं कहा जाता है। तो इसका उत्तर है कश्मीर वैली। कश्मीर की घाटी नूं धरती ते स्वर्ग का नाम दिता गया है। बच्चे ऑप्शन नंबर 1 इस प्रश्न का सही उत्तर है। 20वां प्रश्न है विच इज आर द ट्रिब्यूटरीज ऑफ गंगा। गंगा दी किहड़ियां ट्रिब्यूटरीज हैं। तो बच्चों सहायक नदियां भी आप कह दें इसनूं सहायक नदियां ट्रिब्यूटरीज। ठीक है मान लो आ साडे कोल एक मेन नदी है। ठीक है चलती है ये रस्ते में आके होर नदियां मिल जांदियां हैं। मान लो आ नदी आके मिल गई ठीक है या फिर इधरों नदी आई वो नदी बच्चे आके मिल गई तो उन्होंने असीं इन्हां दी जो ट्रिब्यूटरीज आ वो कहने हैं। ठीक है बच्चों साढ़े को नदी है तो ये जो साढ़े को होर नदियां आके मिल जांदियां हैं तो उन्होंने असीं इहदियां ट्रिब्यूटरीज कहने हैं। ये साढ़े को मेन नदी है तो ये भी ट्रिब्यूटरी होगी, ये भी साढ़े को इसकी ट्रिब्यूटरी होगी यानी कि सहायक नदी है जो इस मेन नदी में आके मिल जांदियां हैं। तो बच्चों घाघरा इसका सही उत्तर है, गोमती ये भी है, गंडक ये भी है। तो तिन्ने नदियां गंगा नदी दियां ट्रिब्यूटरीज हैं। बच्चों पर इस प्रश्न का सही उत्तर की है आल दा अबव। इस प्रश्न का सही उत्तर है उपरोक्त सारे। बच्चों सारे को अगला प्रश्न है विच वन ऑफ द फॉलोइंग इज द सदर्न मोस्ट लैटिट्यूड ऑफ द इंडिया। इंडिया का सदर्न मोस्ट लैटिट्यूड किहड़ा है। तो बच्चे आप पहला ही पढ़ चुके हैं जो इंदिरा पॉइंट है, इंदिरा पॉइंट सदर्न मोस्ट पॉइंट है। ठीक है बच्चों इसका लैटिट्यूड कितना है 6 डिग्री 4 मिनट साउथ। 21 नंबर प्रश्न का उत्तर है ऑप्शन नंबर 3। आगे बच्चों हमारे को है 22वां प्रश्न वाई इज द टाइम लैग ऑफ 2 आवर फ्रॉम गुजरात टू अरुणाचल प्रदेश। तो अरुणाचल प्रदेश ਅਤੇ गुजरात के विचाले 2 घंटिया का बच्चों टाइम का फर्क है। ठीक है भी ये साडे कोले साडा इंडिया है। ठीक है इधर साडे कोल गुजरात आ जाता है, ये साडे कोल गुजरात है, इधर बच्चों साडे कोल अरुणाचल प्रदेश है। तो दोनों विच मान लो इत्थे जे 8 बजे हैं तो इत्थे बच्चों हजे 6 बजे होंगे यानी कि गुजरात और अरुणाचल प्रदेश नालों 2 घंटे पिछे है। ठीक है बच्चों तो 2 घंटे का समय का फर्क है लेकिन साडे इंडिया का टाइम इको है घड़ी के 8 ही बजे होंगे। जे असीं ऊं देखिए तो 2 घंटे का वो फर्क आता है। ये किस कारण आता है। तो बच्चों इसका उत्तर है बिकॉज ऑफ इंडिया जे ईस्ट वैस्ट एक्सटेंट। इस करके है ईस्ट वैस्ट एक्सटेंट। ठीक है बच्चों भी जो देखो आ साडे कोल ईस्ट वाला इधर ईस्ट आ गया, इधर की आ गया वैस्ट। तो ईस्ट वैस्ट इस तरह जो इंडिया ज़्यादा फैलिया हुआ है इस करके दोनों के जो समय का फर्क है वो कितना है 2 घंटे का है। साढ़े को 23वां प्रश्न है बच्चों इसमें कट के 23वां कर लो 42वां नहीं है। प्रश्न नंबर 23 है विच इंडिया जो लॉन्गेस्ट रिवर लॉन्गेस्ट सब तो लंबी
ਤਾਂ ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ? ਬੱਚਿਓ ਸਾਰਿਆਂ ਨੂੰ ਪਤਾ ਹੀ ਹੈ ਕਿਹੜੀ ਹੈ, ਗੰਗਾ। ਤਾਂ ਗੰਗਾ ਭਾਰਤ ਦੀ ਸਭ ਤੋਂ ਲੰਬੀ ਨਦੀ ਹੈ। ਠੀਕ ਹੈ ਬੱਚਿਓ। ਬੱਚਿਓ ਸਾਡੇ ਕੋਲ 14ਵਾਂ ਪ੍ਰਸ਼ਨ ਹੈ, ਐਟ ਵਿਚ parallel of latitude does India begin to taper toward south? ਕਿਸ ਲੈਟੀਟਿਊਡ ਦੇ ਪੈਰਲਲ, ਕਿਸ ਲੈਟੀਟਿਊਡ, ਕਿਸ ਅਕਾਂਖਿਆ ਅਕਸ਼ਾਂਸ਼ਾਂ ਬੱਚਿਓ ਆਪਾਂ ਬੋਲਦੇ ਲੈਟੀਟਿਊਡ ਨੂੰ, ਜੋ ਲੇਟਵਾਂ ਰੇਖਾ ਹੁੰਦੀਆਂ ਹਨ, ਕਿਹਦੇ ਪੈਰਲ ਜੋ ਇੰਡੀਆ ਗਾ, ਮਤਲਬ ਉਹ ਟੂਵਾਰਡ ਸਾਊਥ ਵੱਲ, ਸਾਊਥ ਵੱਲ ਜੋ ਇੰਡੀਆ ਹੈ ਉਹ ਕਿਹੜੇ ਲੈਟੀਟਿਊਡ ਦੇ ਪੈਰਲ ਹੈ? ਤਾਂ ਬੱਚਿਓ ਇਸ ਦਾ ਉੱਤਰ ਹੈ ਆਪਸ਼ਨ ਨੰਬਰ 2, 22 ਡਿਗਰੀ ਨਾਰਥ। ਤਾਂ 22 ਡਿਗਰੀ ਨਾਰਥ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। 25ਵਾਂ ਪ੍ਰਸ਼ਨ ਹੈ ਬੱਚਿਓ 25th, which is the name of the major river of the peninsular India? ਪੈਨਿਸੂਲਰ ਇੰਡੀਆ ਤੁਸੀਂ ਜਾਣਦੇ ਹੋ ਕੀ ਹੁੰਦਾ ਹੈ, ਠੀਕ ਹੈ। ਤਾਂ ਪੈਨਿਸੂਲਰ ਬੱਚਿਓ ਕੀ ਹੁੰਦਾ ਹੈ, ਵੀ ਜਿਹੜਾ ਥਾਂ ਤਿੰਨ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੁੰਦਾ ਹੈ, ਅਸੀਂ ਉਸ ਨੂੰ ਬੋਲਦੇ ਹਾਂ ਪੈਨਿਸੂਲਰ ਪਾਰਟ, ਠੀਕ ਹੈ। ਤਾਂ ਸਾਡੇ ਕੋਲ ਜੋ ਪੈਨਿਸੂਲਰ ਪਾਰਟ ਹੈ ਇੰਡੀਆ ਦਾ, ਉਹ ਕਿਹੜਾ ਹੈ ਬੱਚਿਓ, ਸਾਊਥ ਵੱਲ, ਠੀਕ ਹੈ। ਇਸ ਵਰਤਨ ਆਪਾਂ ਜਿਹੜਾ ਡਾਇਗਰਾਮ ਬਣਾ ਕੇ ਦੇਖੀਏ, ਜੋ ਇੰਡੀਆ ਦਾ ਨੀਚੇ ਵਾਲਾ ਭਾਗ ਸਾਡੇ ਕੋਲ ਆ ਜਾਂਦਾ ਹੈ, ਬੱਚੇ ਨੀਚੇ ਵਾਲਾ ਭਾਗ, ਇਹ ਜੋ ਭਾਗ ਹੈ ਇਹ ਤਿੰਨ ਪਾਸੇ ਤੋਂ ਪਾਣੀ ਨਾਲ ਘਿਰਿਆ ਹੈ, ਤਾਂ ਅਸੀਂ ਇਸ ਨੂੰ ਬੋਲ ਦਿਆਂਗੇ ਪੈਨਿਸੂਲਰ ਪਾਰਟ, ਠੀਕ ਹੈ। ਠੀਕ ਹੈ ਬੱਚਿਓ, ਕਿਉਂਕਿ ਇੱਧਰ ਵੀ ਵਾਟਰ ਹੈ, ਇੱਧਰ ਵੀ ਵਾਟਰ ਹੈ, ਇੱਧਰ ਵੀ ਵਾਟਰ ਹੈ, ਇਹ ਤੁਹਾਨੂੰ ਸਭ ਨੂੰ ਪਤਾ ਹੈ। ਤਾਂ ਕਿਹੜੀ ਨਦੀ ਆ ਮੇਜਰ ਰਿਵਰ ਇਹਦੀ, ਜਾਣੀ ਕਿ ਪੈਨਿਸੂਲਰ ਪਾਰਟ ਦੀ? ਤਾਂ ਬੱਚਿਓ ਕੀ ਆਂਸਰ ਆਵੇਗਾ ਇਸਦਾ? ਤਾਂ ਨਰਮਦਾ। ਤਾਂ ਬੱਚਿਓ ਨਰਮਦਾ ਹੈ ਉਹ ਇਸਦਾ ਉੱਤਰ ਹੈ, ਠੀਕ ਹੈ। ਨਰਮਦਾ ਮੇਨ ਪਾर्ट है पेनिसुला। The 7वां प्रश्न है बच्चों, which river of India flow in Rift Valleys? Rift Valleys तो भाव बच्चों की है भी एक पासे पूरी ਉੱਚੀ ਉੱਚੀਆਂ ਪਹਾੜੀਆਂ ਹੁੰਦੀਆਂ ਹਨ ਤੇ ਜੋ ਪਾਣੀ ਹੈ ਨੀਚੇ ਉਹ ਡੂੰਘਾਈ ਵਿੱਚ ਚੱਲਦਾ ਹੈ, ਅਸੀਂ ਉਸ ਨੂੰ ਰਿਫਟ ਵੈਲੀ ਕਹਿੰਦੇ ਹਾਂ। ਤਾਂ ਕਿਹੜੀ ਕਿਹੜੀ ਨਦੀਆਂ ਰਿਫਟ ਵੈਲੀ ਬਣਾਉਂਦੀਆਂ ਹਨ? ਤਾਂ ਬੱਚਿਓ ਇਹ ਨਰਮਦਾ ਵੀ ਬਣਾਉਂਦੀ ਹੈ, ਕਾਵੇਰੀ ਵੀ ਬਣਾਉਂਦੀ ਹੈ, ਤਾਪੀ ਵੀ ਬਣਾਉਂਦੀ ਹੈ। ਤਾਂ ਇਸ ਦਾ ਉੱਤਰ ਹੈ ਆਲ ਆਫ ਦੀ ਅਬਵ। ਤਾਂ ਸਾਰੀਆਂ ਨਦੀਆਂ ਬੱਚਿਓ ਇਹ ਰਿਫਟ ਵੈਲੀ ਬਣਾਉਂਦੀਆਂ ਹਨ, ਠੀਕ ਹੈ ਬੱਚਿਓ। ਬੱਚਿਓ ਸਾਡੇ ਕੋਲ 27ਵਾਂ ਪ੍ਰਸ਼ਨ ਹੈ, ਵਿਚ ਕੋਸਟ ਇਜ਼ ਨੋਨ ਫਾਰ ਇਟਸ ਬੈਕ ਵਾਟਰਸ? ਬੈਕ ਵਾਟਰ ਦਾ ਕਿਹੜਾ ਤਟਵਰਤੀ ਇਲਾਕਾ ਗਾ ਜਿਹੜਾ ਬੈਕ ਵਾਟਰ ਕਰਕੇ ਜਾਣਿਆ ਜਾਂਦਾ ਹੈ? ਤਾਂ ਬੱਚਿਓ ਇਹਦਾ ਸਾਡਾ ਜੋ ਉੱਤਰ ਹੈ ਉਹ ਹੈ ਮਾਲਾਬਾਰ ਕੋਸਟ ਇਨ ਕੇਰਲਾ। ਕੇਰਲਾ ਦੇ ਵਿੱਚ ਜੋ ਮਾਲਾਬਾਰ ਕੋਸਟ ਹੈ ਉਹ ਬੈਕ ਵਾਟਰਸ ਕਰਕੇ ਜਾਣਿਆ ਜਾਂਦਾ ਹੈ। 28ਵਾਂ ਪ੍ਰਸ਼ਨ ਹੈ, ਵਿਚ ਇਜ਼ ਆਰ ਦਾ ਮੇਨ ਫਿਜ਼ੀਕਲ ਫੀਚਰ ਆਫ ਨਾਰਥ ਪਲਾਨ? ਜੋ ਉੱਤਰ ਦੇ ਮੈਦਾਨ ਹਨ ਬੱਚਿਓ, ਜੋ ਸਾਡੇ ਉੱਤਰ ਵੱਲ ਮੈਦਾਨ ਹਨ, ਜਿਵੇਂ ਸਾਡਾ ਪੰਜਾਬ ਆ ਗਿਆ, ਹਰਿਆਣਾ ਆ ਗਿਆ, ਯੂਪੀ ਆ ਗਿਆ, ਇਹਨੂੰ ਅਸੀਂ ਉੱਤਰ ਦੇ ਮੈਦਾਨ ਕਹਿੰਦੇ ਹਾਂ। ਇਹਨਾਂ ਦੇ ਮੇਨ ਫੀਚਰ ਕੀ ਆ, ਠੀਕ ਹੈ। ਭਾਦੜ ਵੀ ਬੋਲਦੇ ਆਪਾਂ ਇਹਨਾਂ ਨੂੰ, ਤਰਾਈ ਵੀ ਕਹਿੰਦੇ ਆ, ਬਾਂਗਰ ਵੀ ਕਹਿੰਦੇ ਆ। ਇਹ ਭਾਦੜ, ਬਾਂਗਰ ਜਾਂ ਤਰਾਈ ਬੱਚਿਓ ਇਹ ਮਿੱਟੀ ਆ, ਮਿੱਟੀ ਦੇ ਨਾਮ ਹਨ ਅਲੱਗ-ਅਲੱਗ ਇਲਾਕਿਆਂ ਦੇ, ਕਿਸ ਪ੍ਰਕਾਰ ਦੀ ਮਿੱਟੀ ਆ ਉਸ ਹਿਸਾਬ ਨਾਲ ਨਾਮ ਦਿੱਤੇ ਗਏ ਹਨ। ਤਾਂ ਇਹ ਸਾਰੇ ਜਿਹੜੇ ਆਲ ਆਫ ਦੀ ਅਬਵ ਇਸ ਪ੍ਰਸ਼ਨ ਦਾ ਉੱਤਰ ਹਨ। ਸਾਰੇ ਫੀਚਰ ਹਨ ਸਾਡੇ ਉੱਤਰ ਦੇ ਮੈਦਾਨਾਂ ਦੇ, ਨਾਰਥ ਪਲਾਨ ਦੇ, ਠੀਕ ਹੈ। 29ਵਾਂ ਪ੍ਰਸ਼ਨ ਹੈ, ਨਾਰਥ ਪਲਾਨ ਸਬ ਡਿਵਾਈਡ ਇਨਟੂ? ਜੋ ਨਾਰਥ ਦੇ ਪਲਾਨ ਹੈ, ਉੱਤਰ ਦੇ ਮੈਦਾਨ ਹਨ, ਸਬ ਡਿਵਾਈਡ ਅੱਗੇ ਇਹਦੇ ਭਾਗ ਕੀਤੇ ਗਏ ਹਨ, ਠੀਕ ਹੈ ਬੱਚਿਓ। ਅੱਗੇ ਇਸ ਨੂੰ ਭਾਗਾਂ ਵਿੱਚ ਵੰਡਿਆ ਗਿਆ ਹੈ, ਉਹ ਕਿਹੜੇ ਕਿਹੜੇ ਹਨ ਇਹ ਆਪਾਂ ਦੇਖਣਾ। ਸਾਡੇ ਕੋਲ ਆ ਜਾਂਦਾ ਇੰਡਸ ਬੇਸਿਨ, ਜੋ ਸਿੰਧ ਨਦੀ ਦੀਆਂ ਮਤਲਬ ਨਦੀਆਂ ਹਨ ਉਹ, ਗੰਗਾ ਦੇ ਮੈਦਾਨ, ਬ੍ਰਹਮਪੁੱਤਰਾ ਵੈਲੀ। ਤਾਂ ਬੱਚਿਓ ਸਾਰੇ ਜਿਹੜੇ ਉੱਤਰ ਆ ਇਹਦੇ ਵਾਸਤੇ ਲਾਗੂ ਹੁੰਦੇ ਹਨ। ਜੋ ਸਾਡੇ ਉੱਤਰ ਦੇ ਮੈਦਾਨ ਹਨ ਉਹਦੇ ਵਿੱਚ ਜੋ ਸਾਡੇ ਇੰਡਸ ਹੈ ਉਹਦਾ ਵੀ ਭਾਗ ਆਉਂਦਾ ਹੈ, ਜੋ ਸਾਡੀ ਗੰਗਾ ਹੈ ਉਹਦਾ ਵੀ ਭਾਗ ਆਉਂਦਾ ਹੈ, ਜੋ ਬ੍ਰਹਮਪੁੱਤਰਾ ਹੈ ਉਹਦਾ ਵੀ ਭਾਗ ਆਉਂਦਾ ਹੈ। ਤਾਂ ਇਸ ਕਰਕੇ ਆਲ ਆਫ ਦੀ ਅਬਵ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਬੱਚਿਓ ਅਗਲਾ ਪ੍ਰਸ਼ਨ ਹੈ, ਨੇਮ ਦਾ ਐਨੀ 3 ਕੰਟਰੀ ਲਾਰਜਰ ਦੈਨ ਇੰਡੀਆ? ਤਾਂ ਭਾਰਤ ਨਾਲੋਂ ਕਿਸੇ 3 ਵੱਡੇ ਦੇਸ਼ਾਂ ਦੇ ਨਾਂ ਲਿਖੋ। ਤੇ ਸਾਨੂੰ ਦਿੱਤੇ ਬੱਚਿਓ ਰਸ਼ੀਆ ਵੀ ਵੱਡਾ ਹੈ, ਬ੍ਰਾਜ਼ੀਲ ਵੀ ਵੱਡਾ ਹੈ, ਚਾਈਨਾ ਵੀ ਵੱਡੀ ਹੈ। ਤਾਂ ਜੋ ਆਪਸ਼ਨ ਨੰਬਰ 4 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। 31ਵਾਂ ਪ੍ਰਸ਼ਨ ਹੈ, ਵਿਚ ਸਟੇਟ ਸ਼ੇਅਰ ਦਾ ਡਰੇਨੇਜ ਆਫ ਦੀ ਮਹਾਨਦੀ?
ਤਾਂ ਸਾਨੂੰ ਬੱਚਿਓ ਮਹਾਨਦੀ ਕੀ ਹੈ, ਇੱਕ ਨਦੀ ਹੈ, ਇੱਕ ਰਿਵਰ ਹੈ, ਠੀਕ ਹੈ। ਤਾਂ ਇਹਦੀ ਜਿਹੜੀ ਡਰੇਨੇਜ ਆ ਉਹ ਕਿੱਥੇ ਕਿੱਥੇ ਹੁੰਦੀ ਹੈ ਉਹ ਆਪਾਂ ਦੇਖਣੀ ਹੈ। ਡਰੇਨੇਜ ਤੋਂ ਭਾਵ ਬੱਚੇ ਤੁਸੀਂ ਜਾਣਦੇ ਹੋ ਡਰੇਨੇਜ ਦਾ ਮਤਲਬ ਕੀ ਹੈ ਵੀ ਇਹਦਾ ਪਾਣੀ ਆ ਜਿਹੜਾ ਕਿਹੜੇ ਕਿਹੜੇ ਰਾਜ ਨੂੰ ਮਿਲਦਾ, ਠੀਕ ਹੈ ਬੱਚਿਓ। ਤਾਂ ਛੱਤੀਸਗੜ੍ਹ 'ਚ ਵੀ ਹੁੰਦਾ ਡਰੇਨੇਜ ਦੀ, ਝਾਰਖੰਡ 'ਚ ਵੀ ਹੁੰਦੀ ਹੈ, ਉੜੀਸਾ 'ਚ ਵੀ ਹੁੰਦੀ ਹੈ। ਤਾਂ ਆਲ ਆਫ ਦੀ ਅਬਵ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਅੱਗੇ ਬੱਚਿਓ ਸਾਡੇ ਕੋਲ 32 ਨੰਬਰ ਪ੍ਰਸ਼ਨ ਹੈ, ਪਾਕ ਸਟੇਟ ਸੈਪਰੇਟ ਇੰਡੀਆ ਫਰੋਮ ਵਿਚ ਕੰਟਰੀ। ਜੋ ਪਾਕ ਸਟੇਟ ਹੈ ਬੱਚਿਓ ਇਹ ਭਾਰਤ ਨੂੰ ਕਿਹੜੇ ਦੇਸ਼ ਨਾਲੋਂ ਵੱਖ ਕਰਦੀ ਹੈ? ਇਸ ਦਾ ਉੱਤਰ ਬੱਚਿਓ ਸ਼੍ਰੀ ਲੰਕਾ। ਤਾਂ ਸ਼੍ਰੀ ਲੰਕਾ ਤੇ ਇੰਡੀਆ ਦੇ ਵਿਚਾਲੇ ਇੱਕ ਪਾਕ ਸਟੇਟ ਹੈ ਜੋ ਦੋਨਾਂ ਦੇਸ਼ਾਂ ਨੂੰ ਅਲੱਗ ਕਰਦੀ ਹੈ। ਬੱਚਿਓ ਤੁਸੀਂ ਸਟੇਟ ਦਾ ਭਾਗ ਤਾਂ ਜਾਣਦੇ ਹੀ ਹੋ, ਠੀਕ ਹੈ। ਵੀ ਦੋ ਜਿਹੜੇ ਵੱਡੇ ਵੱਡੇ ਪਾਣੀ ਹੁੰਦੇ ਆ ਵੀ ਸਾਡੇ ਕੋਲ, ਜਿਵੇਂ ਜੋ ਪਾਕ ਸਟੇਟ ਹੈ ਦੇਖੋ ਆਹ ਇੰਡੀਆ ਹੈ, ਆਹ ਸਾਡੇ ਕੋਲੇ ਸ਼੍ਰੀ ਲੰਕਾ ਹੈ। ਇਹਦੇ ਸਾਡੇ ਕੋਲ ਬੇ ਆਫ ਬੰਗਾਲ ਆ ਗਈ, ਇੱਥੇ ਸਾਡੇ ਕੋਲ ਅਰਬਨ ਸੀ ਆ ਗਿਆ, ਜਾਂ ਆਪਾਂ ਕਹਿੰਦੇ ਓਸ਼ਨ ਇੰਡੀਅਨ ਓਸ਼ਨ ਆ ਗਿਆ। ਤਾਂ ਇਹਦੇ ਵਿੱਚ ਇੱਕ ਸਮਾਲ ਵਾਟਰ ਬੋਡੀ ਹੈ, ਠੀਕ ਹੈ, ਠੀਕ ਹੈ। ਜਿਵੇਂ ਨਹਿਰ ਦਾ ਰੂਪ ਕਹਿ ਦਈਏ ਵੀ ਇੱਥੇ ਪਾਣੀ ਕ੍ਰੋਸ ਕਰਦਾ ਹੈ, ਦੋਨਾਂ ਦੋਨਾਂ ਮਤਲਬ ਵੱਡੇ ਵੱਡੇ ਪਾਣੀ ਵਾਲੇ ਏਰੀਏ ਨੂੰ ਆਪਸ ਵਿੱਚ ਮਿਲਾਉਂਦਾ ਹੈ, ਜਾਣੀ ਕਿ ਦੋ ਸਮੁੰਦਰਾਂ ਨੂੰ ਆਪਸ ਵਿੱਚ ਇੱਕ ਜੇ ਛੋਟੀ ਨਹਿਰ ਦੇ ਰੂਪੀ ਥਾਂ ਮਿਲਾਉਂਦਾ ਹੋਵੇ ਤਾਂ ਅਸੀਂ ਉਸ ਨੂੰ ਸਟੇਟ ਕਹਿੰਦੇ ਹਾਂ। ਤਾਂ ਸਾਡੀ ਜੋ ਪਾਕ ਸਟੇਟ ਹੈ ਉਹ ਇੰਡੀਆ ਅਤੇ ਸ਼੍ਰੀ ਲੰਕਾ ਦੇ ਵਿਚਕਾਰ ਹੈ। ਆਪਸ਼ਨ ਨੰਬਰ 3 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਬੱਚੋ ਸਾਡੇ ਕੋਲ ਅਗਲਾ ਪ੍ਰਸ਼ਨ ਹੈ, ਵਿਚ ਆਫ ਦੀ ਫੋਲੋਇੰਗ ਨੇਬਰਿੰਗ ਕੰਟਰੀ ਸ਼ੇਅਰ ਦਾ ਲੌਂਗੈਸਟ ਲੈਂਡ ਬਾਉਂਡਰੀ ਵਿਦ ਇੰਡੀਆ। ਇੰਡੀਆ ਦੇ ਨਾਲ, ਭਾਰਤ ਦੇ ਨਾਲ ਕਿਹੜਾ ਦੇਸ਼ ਹੈ ਜੋ ਸਭ ਤੋਂ ਵੱਧ ਬਾਉਂਡਰੀ ਸ਼ੇਅਰ ਕਰਦਾ ਹੈ? ਕਿਹੜੇ ਦੇਸ਼ ਦੀ ਸਰਹੱਦ ਭਾਰਤ ਨਾਲ ਸਭ ਤੋਂ ਵੱਧ ਲੱਗਦੀ ਹੈ? ਤਾਂ ਉਹ ਬੱਚਿਓ ਹੈ ਬੰਗਲਾਦੇਸ਼। ਇਹ ਬੱਚਿਓ ਕਿੰਨੀ ਹੈ? 4096 ਕਿਲੋਮੀਟਰ। ਉਸ ਤੋਂ ਬਾਅਦ ਚਾਈਨਾ ਆਉਂਦਾ ਹੈ, ਜੋ ਚਾਈਨਾ ਹੈ ਉਹ ਹੈ 3488 ਕਿਲੋਮੀਟਰ। ਤਾਂ ਬੰਗਲਾਦੇਸ਼ ਦੀ ਜੋ ਬਾਉਂਡਰੀ ਹੈ ਉਹ ਇੰਡੀਆ ਨਾਲ ਸਭ ਤੋਂ ਵੱਧ ਲੱਗਦੀ ਹੈ। ਪ੍ਰਸ਼ਨ ਨੰਬਰ 34, ਵਿਚ ਇਜ਼ ਦਾ ਲਾਰਜੈਸਟ ਸਟੇਟ ਇਨ ਇੰਡੀਆ ਇਨ ਟਰਮਜ਼ ਆਫ ਏਰੀਆ। ਖੇਤਰ ਦੇ ਅਨੁਸਾਰ ਭਾਰਤ ਦੀ ਸਭ ਤੋਂ ਵੱਡਾ ਰਾਜ ਕਿਹੜਾ ਹੈ? ਤਾਂ ਬੱਚੇ ਤੁਹਾਨੂੰ ਪਤਾ ਹੈ ਕੌਣ ਹੈ? ਰਾਜਸਥਾਨ। ਇਨ ਟਰਮਜ਼ ਆਫ ਏਰੀਆ ਵਿਚ ਇਜ਼ ਦਾ ਸਮਾਲੈਸਟ, ਸਮਾਲੈਸਟ ਸਭ ਤੋਂ ਛੋਟੀ, ਸਭ ਤੋਂ ਛੋਟਾ ਰਾਜ ਕਿਹੜਾ ਹੈ ਏਰੀਆ ਪੱਖੋਂ ਭਾਰਤ ਦਾ? ਤਾਂ ਬੱਚੋ ਕਿਹੜਾ ਉਹ? ਗੋਆ। ਇਸਦਾ ਉੱਤਰ ਹੈ ਗੋਆ। ਬੱਚੇ ਸਾਰੇ ਕੋਲ ਅਗਲੇ ਪ੍ਰਸ਼ਨ 'ਚ ਹੈ, ਵਿਚ ਕੰਟਰੀ ਮੰਗਦਾ ਇੰਡੀਆ ਦੇ ਨੇਬਰ ਇਜ਼ ਦਾ ਸਮਾਲੈਸਟ। ਵੀ ਭਾਰਤ ਦਾ ਕਿਹੜਾ ਗਵਾਂਢੀ ਦੇਸ਼ ਸਭ ਤੋਂ ਛੋਟਾ ਹੈ? ਜੋ ਸਾਨੂੰ ਥੱਲੇ 4 ਦੇਸ਼ ਦਿੱਤੇ ਹਨ, ਇਹਨਾਂ ਵਿੱਚੋਂ ਜਿਹੜਾ ਗਵਾਂਢੀ ਦੇਸ਼ ਆ ਉਹ ਸਭ ਤੋਂ ਛੋਟਾ ਉਹ ਕਿਹੜਾ ਹੈ ਬੱਚਿਓ? ਉਹ ਹੈ ਭੂਟਾਨ। ਭੂਟਾਨ ਜੋ ਸਾਡਾ ਗਵਾਂਢੀ ਹੈ ਉਹ ਬਾਕੀ ਦੇਸ਼ਾਂ ਨਾਲੋਂ ਛੋਟਾ ਹੈ, ਜਾਣੀ ਕਿ ਉਸਦਾ ਏਰੀਆ ਬਾਕੀ ਦੇਸ਼ਾਂ ਨਾਲੋਂ ਘੱਟ ਹੈ। ਅੱਗੇ ਬੱਚਿਓ 37ਵਾਂ ਪ੍ਰਸ਼ਨ ਹੈ, ਵਾਟ ਇਜ਼ ਦਾ ਪੋਜੀਸ਼ਨ ਆਫ ਇੰਡੀਆ ਇਨ ਦਾ ਵਰਲਡ ਇਨ ਦਾ ਰਿਸਪੈਕਟ ਆਫ ਏਰੀਆ। ਤਾਂ ਖੇਤਰਫਲ ਦੇ ਅਨੁਸਾਰ ਭਾਰਤ ਦਾ ਵਿਸ਼ਵ ਦੇ ਵਿੱਚੋਂ, ਵਰਲਡ ਦੇ ਵਿੱਚੋਂ ਕਿੰਨੀ ਪੋਜੀਸ਼ਨ ਹੈ ਬੱਚਿਓ? ਇਹ ਆਪਾਂ ਪਹਿਲਾਂ ਵੀ ਕੀਤਾ ਦਾ ਉੱਤਰ ਕੀ ਹੈ? 7ਵੀਂ ਪੋਜੀਸ਼ਨ। ਤਾਂ ਏਰੀਏ ਦੇ ਹਿਸਾਬ ਨਾਲ ਪੋਜੀਸ਼ਨ ਕਿੰਨੀ ਹੈ ਬੱਚਿਓ ਭਾਰਤ ਦੀ? 7ਵੀਂ। ਜੇ ਪਾਪੂਲੇਸ਼ਨ ਦੇ ਹਿਸਾਬ ਨਾਲ ਦੇਖੀਏ ਤਾਂ ਪਾਪੂਲੇਸ਼ਨ ਜਾਣੀ ਕਿ ਵਸੋਂ ਦੇ ਹਿਸਾਬ ਨਾਲ ਤਾਂ ਉਹ ਤੁਹਾਨੂੰ ਪਤਾ ਹੀ ਹੋਣਾ ਹੈ ਉਹ ਕਿੰਨੀ ਹੈ? ਤਾਂ ਉਹ ਬੱਚਿਓ ਹੈ ਦੂਜੀ, ਠੀਕ ਹੈ ਬੱਚਿਓ। ਪਾਪੂਲੇਸ਼ਨ ਦੇ ਹਿਸਾਬ ਨਾਲ ਕਿੰਨੀ ਹੈ? ਦੂਜੀ। ਹੁਣ ਆਪਾਂ ਅੱਗੇ 38ਵਾਂ ਪ੍ਰਸ਼ਨ ਦੇਖਦੇ ਹਾਂ, ਵਿਚ ਇਜ਼ ਇੰਡੀਆ ਜੇ ਲੌਂਗੈਸਟ ਰਿਵਰ। ਬੱਚਿਓ ਪਹਿਲਾ ਪ੍ਰਸ਼ਨ ਆ ਚੁੱਕਿਆ ਹੈ ਤੇ ਜੋ ਗੰਗਾ ਹੈ ਉਹ ਸਭ ਤੋਂ ਲੰਬੀ ਨਦੀ ਹੈ। ਭਾਰਤ ਦੀ ਸਭ ਤੋਂ ਲੰਬੀ ਨਦੀ ਕਿਹੜੀ ਹੈ? ਗੰਗਾ। ਬੱਚੇ ਤੁਹਾਨੂੰ ਪਤਾ ਉਸ ਤੋਂ ਬਾਅਦ ਕਿਹੜੀ ਆਉਂਦੀ ਹੈ? ਉਸ ਤੋਂ ਬਾਅਦ ਆਉਂਦੀ ਹੈ ਗੋਦਾਵਰੀ, ਠੀਕ ਹੈ। ਇਹ ਵੀ ਤੁਸੀਂ ਯਾਦ ਰੱਖਣਾ ਹੈ ਕਿ ਗੰਗਾ ਤੋਂ ਬਾਅਦ ਜੋ ਸਭ ਤੋਂ ਲੰਬੀ ਨਦੀ ਹੈ ਉਹ ਗੋਦਾਵਰੀ ਹੈ। ਅੱਗੇ ਪ੍ਰਸ਼ਨ ਹੈ 39 ਬੱਚਿਓ, ਵਿਚ ਸਟੇਟ ਇਨ ਇੰਡੀਆ ਇਜ਼ ਕਾਲਡ ਦਾ ਲੈਂਡ ਆਫ 5 ਰਿਵਰਜ਼। 5 ਦਰਿਆਵਾਂ ਦੀ ਧਰਤੀ ਕਿਸ ਨੂੰ ਕਿਹਾ ਜਾਂਦਾ ਹੈ? ਬੱਚੇ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿਉਂਕਿ ਆਪਾਂ ਪੰਜਾਬ ਦੇ ਰਹਿਣ ਵਾਲੇ ਹਾਂ। ਪੰਜਾਬ, ਤਾਂ ਪੰਜਾਬ ਨੂੰ ਅਸੀਂ 5 ਰਾਜਾਂ ਦੀ ਧਰਤੀ ਕਹਿੰਦੇ ਹਾਂ। ਤਾਂ ਇਸਦਾ ਜੋ ਉੱਤਰ ਹੈ ਬੱਚਿਓ ਉਹ ਕੀ ਹੈ? ਪੰਜਾਬ। ਬੱਚਿਓ 40ਵਾਂ ਪ੍ਰਸ਼ਨ ਹੈ, ਇਨ ਵਿਚ ਸਟੇਟ ਆਫ ਇੰਡੀਆ ਇਜ਼ ਦਾ ਥਾਰ ਡੈਜ਼ਰਟ ਪ੍ਰਾਇਮਰੀ ਲੋਕੇਟਡ। ਜੋ ਮਾਰੂਥਲ ਹੈ ਉਹ ਬੱਚਿਓ ਕਿਹੜੇ ਸਟੇਟ ਦੇ ਵਿੱਚ ਹੈ? ਤੁਹਾਨੂੰ ਸਾਨੂੰ ਪਤਾ ਹੀ ਹੈ ਕਿੱਥੇ ਆ ਉਹ? ਰਾਜਸਥਾਨ ਦੇ ਵਿੱਚ। ਤਾਂ ਇਸ ਪ੍ਰਸ਼ਨ ਦਾ ਜੋ ਉੱਤਰ ਹੈ ਬੱਚਿਓ ਉਹ ਕੀ ਹੈ? ਰਾਜਸਥਾਨ। ਤਾਂ ਰਾਜਸਥਾਨ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ।
द ड्रॉप ऑफ कैंसर पास थ्रू दी स्टेट। जो ड्रॉप ऑफ कैंसर आ वो किहड़े-किहड़े राज्यां विच दी लंघदी है। तो बच्चों इसका उत्तर तुसीं देना है। बच्चों पहला आपां ट्रिक सीखिया सीगा मीराज JCB एट GMT तो च गुजरात आउंदा सी साडे कोल, मिजोरम आउंदा सी। तो बच्चों बिहार नहीं आ, इसनूं तुसीं बंगाल लिखना है। तो इसनूं तुसीं की मनना है बंगाल, ठीक है। तो ये साडे कोल बंगाल है, ਅਸੀਂ ਇਸ ਨੂੰ ਬੰਗਾਲ ਦੇ ਤੌਰ ਤੇ ਬੱਚੇ ਇਸ ਨੂੰ ਬੰਗਾਲ ਲਿਖ ਲੈਣਾ ਸੀ। ਇਹ ਬਿਹਾਰ ਨਹੀਂ ਹੈਗਾ, ਬੰਗਾਲ, ਠੀਕ ਹੈ। ਤਾਂ ਗੁਜਰਾਤ, ਬੰਗਾਲ, ਮਿਜ਼ੋਰਮ, ਅਸਾਮ, ਅਸਾਮ ਨਹੀਂ ਹੁੰਦਾ। ਤਾਂ ਬੱਚੋ ਕੀ ਹੈ A ਆਪਸ਼ਨ ਵਾਲਾ, B ਵਾਲਾ ਤੇ D ਵਾਲਾ। ਤੇ ਇਸ ਕਰਕੇ ਜੋ ਆਪਸ਼ਨ ਨੰਬਰ 1 ਹੈ ਉਹ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ। ਹੁਣ ਬੱਚੋ ਆਪਾਂ ਅੱਗੇ ਪ੍ਰਸ਼ਨ ਦੇਖਦੇ ਹਾਂ। ਸਾਡੇ ਕੋਲ ਅੱਗੇ 42ਵਾਂ ਪ੍ਰਸ਼ਨ ਹੈ the latitude of place express its angular position relative to the place of। ਵੀ ਜੋ ਸਾਡੇ ਕੋਲ ਲੈਟੀਟਿਊਡ ਹੈ, ਅਕਸ਼ਾਂਸ਼ਾਂ ਹਨ, ਉਹ ਕਿਹੜੀ ਚੀਜ਼ ਨੂੰ ਦਰਸਾਉਂਦੀਆਂ ਹਨ, ਕਿਹੜੀ ਪੋਜੀਸ਼ਨ ਨਾਲ ਰਿਲੇਟਿਵ ਹਨ, ਉਹਨਾਂ ਦਾ ਜਿਹੜਾ ਸੰਬੰਧ ਆ ਉਹ ਕਿਸ ਚੀਜ਼ ਨਾਲ ਹੁੰਦਾ ਹੈ। ਤਾਂ ਬੱਚੋ ਉਹਦਾ ਸੰਬੰਧ ਹੁੰਦਾ ਹੈ ਐਕਸਿਸ ਆਫ ਦੀ ਅਰਥ। ਬੱਚੋ ਇਸਦਾ ਉੱਤਰ ਕੀ ਹੈ ਐਕਸਿਸ ਆਫ ਦੀ ਅਰਥ, ਠੀਕ ਹੈ। ਜੋ ਧਰਤੀ ਦਾ ਧੁਰਾ ਹੈ ਉਸ ਨਾਲ ਸੰਬੰਧਿਤ ਇਸਦਾ ਹੁੰਦਾ ਹੈ। ਬੱਚੋ ਇਸ ਪ੍ਰਸ਼ਨ ਦਾ ਬੱਚੋ 42ਵਾਂ ਪ੍ਰਸ਼ਨ ਦਾ ਜੋ The latitude of place express its angular position relative to place। ਬੱਚੇ ਜੋ ਅਕਸ਼ਾਂਸ਼ਾਂ ਹਨ ਇਹਨਾਂ ਦੀ ਜੋ ਇਹ ਕਿਸ ਚੀਜ਼ ਨੂੰ ਐਕਸਪ੍ਰੈਸ ਕਰਦੇ ਹਨ ਆਪਾਂ ਇਹ ਦੱਸਣਾ ਹੈ, ਠੀਕ ਹੈ। ਜੋ ਇਹਨਾਂ ਦੀ ਐਂਗੂਲਰ ਪੋਜੀਸ਼ਨ ਆ ਉਹ ਕਿਹਦੇ ਨਾਲ ਰਿਲੇਟਡ ਹੁੰਦੀ ਹੈ। ਤਾਂ ਬੱਚਿਓ ਉਹਨਾਂ ਦਾ ਜੋ ਪੋਜੀਸ਼ਨ ਹੁੰਦੀ ਆ ਉਹ ਇਕੁਏਟਰ ਤੋਂ ਦੇ ਹਿਸਾਬ ਨਾਲ ਮੰਨੀ ਜਾਂਦੀ ਹੈ। ਕਿਉਂਕਿ ਅਸੀਂ ਕਹਿੰਦੇ ਹਾਂ ਵੀ ਜਿਵੇਂ ਅਸੀਂ ਕਹਿੰਦੇ ਹਾਂ ਵੀ ਡ੍ਰੌਪ ਆਫ ਕੈਂਸਰ 23.5 ਡਿਗਰੀ ਤੇ ਹੈ, ਠੀਕ ਹੈ। ਤਾਂ ਇਹ ਅਸੀਂ ਕਿੱਥੋਂ ਇਹਦਾ ਸੰਬੰਧ ਲਿਆ ਇਕੁਏਟਰ ਤੋਂ, ਵੀ ਸਾਡੇ ਕੋਲ ਜੋ ਇਕੁਏਟਰ ਹੈ ਇਹ 0 ਡਿਗਰੀ ਤੇ ਲਾਈ ਕਰਦੀ ਹੈ। ਉੱਪਰ ਵੱਲ ਸਾਡੇ ਕੋਲ ਨਾਰਥ ਆ ਜਾਂਦਾ ਹੈ, ਨੀਚੇ ਵੱਲ ਸਾਡੇ ਕੋਲੇ ਸਾਊਥ ਸਪੀਅਰ ਆ ਜਾਂਦਾ ਹੈ। ਤਾਂ ਇਹਨਾਂ ਦਾ ਸੰਬੰਧ ਆ ਉਹ ਇਕੁਏਟਰ ਦੇ ਨਾਲ ਹੁੰਦਾ ਹੈ। ਬੱਚੇ 43ਵਾਂ ਪ੍ਰਸ਼ਨ ਹੈ ਵਿਚ ਆਫ ਦਾ ਫਾਲੋਇੰਗ ਜਾਂ ਬੈਸਟ ਡਿਸਕ੍ਰਾਈਬ ਲੌਂਗੀਟਿਊਡ। ਤਾਂ ਬੱਚੇ ਜੋ ਲੌਂਗੀਟਿਊਡ ਹੈ, ਲੌਂਗੀਟਿਊਡ ਨੂੰ ਆਪਾਂ ਬੱਚੇ ਕੀ ਬੋਲਦੇ ਆ, ਇਹਨੂੰ ਆਪਾਂ ਬੋਲ ਦਿਆਂਗੇ ਦਸ਼ਾਂਤਰ, ਠੀਕ ਹੈ। ਤੁਹਾਨੂੰ ਪਤਾ ਹੋਵੇਗਾ। ਤਾਂ ਜੋ ਦਸ਼ਾਂਤਰ ਹੈ ਇਹ ਕਿਸ ਚੀਜ਼ ਨੂੰ ਡਿਸਕ੍ਰਾਈਬ ਕਰਦੀ ਹੈ, ਕਿਸ ਚੀਜ਼ ਬਾਰੇ ਦੱਸਦੀ ਹੈ। ਐਨ ਇਮੈਜਨਰੀ ਲਾਈਨ ਜੁਆਇਨਿੰਗ ਨਾਰਥ ਐਂਡ ਸਾਊਥ ਪੋਲ, ਇਹ ਨਹੀਂ ਹੈ ਬੱਚਿਓ। डिस्टेंस बिटवीन अ प्लेस ईस्ट या वेस्ट ऑफ द ग्रीनविच मेरिडियन, ये भी नहीं है बच्चों। द एंगुलर डिस्टेंस ईस्ट या वेस्ट ऑफ द ग्रीनविच मेरिडियन। तो बच्चों जो ऑप्शन नंबर 3 है इस प्रश्न का सही उत्तर है। तो बच्चों तुहानू पता है भी जे साडे कोल ये असीं अपनी अर्थ बना लेंदे हाँ, ठीक है। तो ये साडे कोल जो हुंदियां ये साडे कोल लॉन्गिट्यूड हुंदियां हन, ठीक है। लॉन्गिट्यूड जे आपां डिग्री जो गिनते हैं वो ग्रीनविच जो मेरिडियन आ ਉਹਦੇ ਅਕੋਰਡਿੰਗ ਉਸਦਾ ਐਂਗੂਲਰ ਡਿਸਟੈਂਸ ਦੇਖਦੇ ਹਾਂ, ਠੀਕ ਹੈ ਬੱਚਿਓ। ਤਾਂ ਬੱਚਿਓ ਉਮੀਦ ਆ ਤੁਹਾਨੂੰ ਜੋ ਅੱਜ ਦੇ ਪ੍ਰਸ਼ਨ ਆਪਾਂ ਹੱਲ ਕੀਤੇ ਹਨ SST ਦੇ ਇਹ ਤੁਹਾਨੂੰ ਸਮਝ ਆ ਗਏ ਹੋਣਗੇ। ਅੱਗੇ ਤੋਂ ਆਪਾਂ ਇਹਦੇ ਹੋਰ ਪ੍ਰਸ਼ਨ ਜਿਹੜੇ ਆ ਉਹ ਵੀ ਹੱਲ ਕਰਾਂਗੇ। ਤਾਂ ਤੁਸੀਂ ਇਸ ਚੈਨਲ ਤੇ ਲਗਾਤਾਰ ਬਣੇ ਰਹੋ। ਆਪਣੇ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰੋ ਇਸ ਦੀ PDF ਵਾਸਤੇ, ਤਾਂ ਉੱਥੋਂ ਤੁਹਾਨੂੰ ਇਸ ਦੀ PDF ਮਿਲ ਜਾਵੇਗੀ। ਤੇ ਅੱਗੇ ਸਾਰੇ ਚੈਪਟਰਾਂ ਦੇ ਜੋ 10ਵੀਂ ਕਲਾਸ ਤੇ 9ਵੀਂ ਕਲਾਸ ਚ ਹਨ SST ਦੇ ਉਹਨਾਂ ਦੀ ਤੁਹਾਨੂੰ ਦੋਨੇ ਮੀਡੀਅਮ ਜਿਹੜੀ PDF ਆ ਉਹ ਮਿਲ ਜਾਵੇਗੀ। ਤਾਂ ਆਪਣੇ ਕਲਾਸ ਦੇ ਹੋਰ ਬੱਚਿਆਂ ਨੂੰ ਵੀ ਇਹਦੇ ਨਾਲ ਜੋੜੋ, ਚਾਹੇ ਤੁਹਾਡੇ ਬੋਰਡ ਦੇ ਪੇਪਰ ਲਈ ਜਾਂ ਪੈਸ ਲਈ ਜਾਂ NTSC ਲਈ ਵੀ ਇਹ ਪ੍ਰਸ਼ਨ ਕਾਫੀ ਲਾਹੇਵੰਦ ਹਨ। ਤੁਹਾਡਾ ਸਭ ਦਾ ਧੰਨਵਾਦ।